ਸਾਰਿਆਂ ਨੂੰ ਜੈਮਸੀ ਦੀ ਮੈਂ ਚਾਹਨਾ ਮੀਟਿੰਗ ਸ਼ੁਰੂ ਕਰਨ ਲਈ ਇਹੀ ਭਾਈ ਸਤੀਸ਼ ਨਾਲ ਮਿਲ ਕੇ ਲੁਧਿਆਣੇ ਤੋਂ ਭਾਈ ਸਤੀਸ਼ ਨਾਲ ਮਿਲ ਕੇ ਹੀ ਪ੍ਰੇਅਰ ਕਰਾਂਗੇ। ਭਾਈ ਆਪਣਾ ਮਾਈਕਰੋਫੋਨ ਅਨਮਿਊਟ ਕਰ ਲੈਣ ਤਾਂ ਕਿ ਪ੍ਰੇਅਰ ਕਰ ਪਾਣ। खुदावन यीशु मसीह तेरा धन्यवाद करते हैं तेरे प्रभु यीशु मसीह इस मुबारक शाम ਲਈ ਮੇਰੇ ਮਹਾਨ ਪ੍ਰਭੂ ਯੀਸ਼ੂ ਮਸੀਹਾ ਜੋ ਤੂੰ ਮੇਰੇ ਪ੍ਰਭੂ ਯੀਸ਼ੂ ਮਸੀਹ ਆਪਣੇ ਲੋਕਾਂ ਨੂੰ ਤੇਰੇ ਪ੍ਰਭੂ ਦਿੱਤੀ ਇਸ ਘੜੀ ਲਈ ਤੇਰਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪ੍ਰਭੂ ਯੀਸ਼ੂ ਮਸੀਹਾ। ਸਾਡੇ ਵਿਚਾਰਾਂ 'ਚ ਵੀ ਨਹੀਂ ਮੇਰੇ ਮਹਾਨ ਪ੍ਰਭੂ ਯੀਸ਼ੂ ਮਸੀਹ ਕਿ ਤੂੰ ਸਾਡੇ ਨਾਲ ਗੱਲਬਾਤ ਕਰੇਗਾ ਮੇਰੇ ਮਹਾਨ ਪ੍ਰਭੂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਤੇਰੇ ਪ੍ਰਭੂ ਯੀਸ਼ੂ ਮਸੀਹ ਤੂੰ ਭਾਈ ਦੇ ਵਸੀਲੇ ਸਾਡੇ ਨਾਲ ਗੱਲਬਾਤ ਕਰਨ ਲੱਗਾ ਤੇਰੇ ਪ੍ਰਭੂ ਮੇਰੇ ਖੁਦਾਵੰਦ ਯੀਸ਼ੂ ਮਸੀਹ ਹੋਣੇ ਭਾਈ ਮਸੀਹ ਆਪਣੇ ਭਾਈ ਨੂੰ ਤੇਰੇ ਸਾਮਰਥੀ ਹੱਥਾਂ ਦਿੰਦਾ ਉਹਨੂੰ ਅਭਿਸ਼ੇਕ ਕਰੀ ਬੋਲਣ ਦੀ ਸਾਮਰਥ ਦੇਈ ਔਰ ਭੇਤਾਂ ਨੂੰ ਖੋਲੀ ਮੇਰੇ ਖੁਦਾ ਇਸ ਪ੍ਰਾਰਥਨਾ ਯੀਸ਼ੂ ਮਸੀਹ ਨਾਮ 'ਚ ਮੰਗਦਾ ਆਮੀਨ। ਸਾਰਿਆਂ ਨੂੰ ਫਿਰ ਇੱਕ ਵਾਰੀ ਜੈਮਸੀ ਦੀ ਆਈ ਇੱਕ ਹੀ ਐਤ ਨੂੰ ਪੜਾਂਗੇ। ਮੈਂ ਚਾਹਨਾ मत्ती 27 और मैं चाहना कि बाद में ਤੁਸੀਂ ਪੜ੍ਹ ਸਕਦੇ ਹੋ ਮੱਤੀ 27:15 ਤੋਂ 26 ਤੱਕ पर मैं ਇੱਕੋ ਆਇਤ ਪੜਾਂਗਾ ਟਾਈਮ ਬਚਾਉਣ ਲਈ। ਮੈਂ ਚਾਹਨਾ ਹੀ ਥੋੜੀ ਆਇਤਾਂ ਪੜ੍ਹ ਲੈਣੇ ਆ ਤਾਂ ਕਿ ਸਾਨੂੰ ਇੱਕ ਬੈਕਗ੍ਰਾਉਂਡ ਮਿਲ ਜਾਏ ਤਾਂ ਕਿ ਮੈਸੇਜ ਉਹਦੇ ਤਰੀਕੇ ਨਾਲ ਪ੍ਰਭੂ ਸਾਨੂੰ ਅੱਗੇ ਅਗਵਾਈ ਕਰੇ। ਮੱਤੀ ਦੀ ਅੰਜੀਲ ਉਹਦਾ 27 चैप्टर ਉਹਦਾ 20 ਤੋਂ 26 तक मैं पढ़ना। प्रधान याजकों और पुन्नियों ने लोगों को उभारा कि वह बरअब्बा को मांग ले और यीशु का नाश कराएं। हाकिम ने उनसे पूछा इन दिनों में से किसको चाहता है कि मैं तुम्हारे लिए छोड़ दूं? उन्होंने कहा बरअब्बा को। पिलातुस ने उनसे पूछा फिर यीशु का जो मसीह कहलाता है क्या करें? सब ने उससे कहा वह क्रूस पर चढ़ाया जाए। हाकिम ने कहा क्यों, उसने क्या बुराई की है? परंतु वह और भी चिल्ला कर कहने लगे वह क्रूस पर चढ़ाया जाए। जब पिलातुस ने देखा कि कुछ बन नहीं पड़ता परंतु इसके विपरीत हुल्लड़ बढ़ता जाता है तो उसने पानी लेकर भीड़ के सामने अपने हाथ धोए और कहा मैं इस धर्मी के लहू से निर्दोष हूं, तुम ही जानो। सब लोगों ने उत्तर दिया इसका लहू हम पर और हमारी संतान पर हो। इस पर उसने बरअब्बा को उनके लिए छोड़ दिया और यीशु को कोड़े लगवाकर सौंप दिया कि क्रूस पर चढ़ाया जाए। परमेश्वर के वचन तो पढ़े जानते सुने जानते आशीष होए और बड़ा वधिया लगता है जो सारे ਨੂੰ ਮਿਲਨੇ ਆਈ ਫਿਜ਼ੀਕਲੀ ਨਹੀਂ ਮਿਲ ਸਕਦੇ ਪਰ ਵਰਚੁਅਲੀ ਮਿਲਨੇ ਆ ਇਹ ਵੀਡੀਓ ਕਾਲ ਤੇ ਮਿਲਨੇ ਇੱਕ ਦੂਸਰੇ ਨੂੰ ਦੇਖ ਰਹੇ ਆ पर जल्दी खुदा इन्हां चीज़ां नूं दूर करेगा और असीं फिर तो मिल पावांगे वधिया तरीके नाल। तां पहले मिलने गले लग के हाथ मिला के एक दूसरे के फेस एक्सप्रैशन देख के एक दूसरे नूं मिल के कुछ अपनी सुना के कुछ सुन के दुख सुख बोल के वो मिलना अलग मिलना है। इसी मैनूं लगदा बाइबल च क्या किन्नी कि मनोहर गल है कि भाई लोग आपस च मिलते रहन। वो धन्नवाद उदों वीडियो कॉल वगैरह इदां दीयां चीज़ां नहीं कोई मैसेज या फोन नहीं ਉੱਥੇ ਲਿਟਰਲੀ ਜਾਣਾ ਪੈਂਦਾ ਹੈ ਮਿਲਣ ਲਈ ਫਿਜ਼ੀਕਲੀ ਜਾਣਾ ਪੈਂਦਾ ਹੈ ਔਰ ਅੱਜ ਵੀ ਸਾਨੂੰ ਉਹੀ ਮੇਨ ਤਰੀਕਾ ਆ ਤਾਂ ਕਿ ਅਸੀਂ ਇੱਕ ਦੂਸਰੇ ਨੂੰ ਮਿਲ ਪਾਈਏ ਔਰ ਇਹਨਾਂ ਸਿੱਧਾ ਟਾਈਮ ਨਾ ਵੇਸਟ ਕਰਦੇ ਹੋਏ ਸਿੱਧਾ ਵਚਨ ਵਾਲਾ ਆਣਾ ਹੈ ਤਾਂ ਕਿ ਇੱਕ ਛੋਟੀ ਮੀਟਿੰਗ ਹੋਏ ਪਰ ਇੱਕ ਛੋਟੀ ਮੀਟਿੰਗ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਪਾਈਏ ਔਰ ਅੱਜ ਦਾ ਮੈਸੇਜ ਇੱਕ ਟੀਚਿੰਗ ਨਾ ਹੋ ਕੇ ਇੱਕ ਛੋਟਾ ਜਿਹਾ ਮੈਸੇਜ ਹੋਏਗਾ ਇਵੈਂਜੀਕਲ ਮੈਸੇਜ ਹੋਏਗਾ ਤਾਂ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਦੇਖ ਪਾਈਏ और देख पाइए असीं कित्थे खड़े हैं और देख पाइए संसार कित्थे है और देख पाइए डिनोमिनेशंस कित्थे और देख पाइए इस मैसेज दे ग्रुप कित्थे खड़े आ। पर धन्नवाद खुदा दा असीं ये भी देख पाइए कि असीं कित्थे खड़े हैं। डिनोमिनेशन जित्थे खड़े उन्हां नूं खड़े रहंदी है, ग्रुप जित्थे खड़े उन्हां नूं खड़े रहंदी है, संसार जित्थे खड़ा उन्हां नूं खड़े रहंदी है। पर जिहड़ा साडा मेन मोटिव है देखिए कि असीं कित्थे खड़े हैं। तो उन्हें क्या है कि कईयां ने दो मनुखी एक ने घर अपना रेते बनाया और एक ने पहाड़ मेहनत दोनों ਨੂੰ ਲੱਗੀ ਘਰ ਬਣਾਉਣ ਚ ਦੋਨਾਂ ਨੇ ਘਰ ਬਣਾਇਆ ਵਧੀਆ ਘਰ ਬਣਾਇਆ ਮਿਹਨਤ ਹੀ ਹਰ ਇੱਕ ਚੀਜ਼ ਬਿਲਕੁਲ ਵਧੀਆ ਹੈ ਪਰ ਨੀਚ ਪ੍ਰੋਬਲਮ ਨਹੀਂ। ਅਗਰ ਤੁਹਾਨੂੰ ਪਤਾ ਨਹੀਂ ਹੈ ਤੁਸੀਂ ਕਿੱਥੇ ਖੜੇ ਹੋ ਤੇ ਤੁਸੀਂ ਆਪਣੀ ਜਾਨ ਜੋਖਮ ਚ ਪਾਉਂਦੇ ਹੋ ਆਪਣੀ ਪੂਰੀ ਮਿਹਨਤ ਜੋਖਮ ਚ ਪਾਉਂਦੇ ਹੋ ਤੁਹਾਡਾ ਸਾਰਾ ਪਰਿਸ਼ਰਮ ਤੁਸੀਂ ਆਪਣਾ ਜੋਖਮ ਚ ਪਾਉਂਦੇ ਹੋ। ਪਰ ਧੰਨਵਾਦ ਖੁਦਾ ਦਾ ਇਹਨਾਂ ਦਿਨਾਂ ਸਾਡੇ ਕੋਲ ਇੱਕ ਕਲੀਅਰ ਵਿਜ਼ਨ ਆ। ਮਲਾਕੀ 4 ਨੇ ਸਾਨੂੰ ਇੱਕ ਕਲੀਅਰ ਵਿਜ਼ਨ ਦਿੱਤਾ ਹੈ। ਸਾਡੇ ਕੋਲ ਇੱਕ ਵਿਜ਼ਨ ਆ ਜਿਹਦੇ ਨਾਲ ਚੱਲਣੇ ਅਸੀਂ ਕਿ ਮਨੁੱਖ ਦੀ ਗੱਲ ਦੇ ਪਿੱਛੇ ਨਹੀਂ ਆ ਤੁਸੀਂ ਮੇਰੀ ਗੱਲ ਦੇ ਪਿੱਛੇ ਨਹੀਂ ਆਈ ਆਪਣੇ ਕੋਈ ਵੱਡੇ ਭਾਈ ਦੀ ਗੱਲ ਦੇ ਪਿੱਛੇ ਨਹੀਂ ਆ
ਅਹੀ ਵਿਜ਼ਨ ਦੇ ਪਿੱਛੇ ਆ, ਉਹ ਵਿਜ਼ਨ ਜਿਹਦਾ ਜਿੱਦਾਂ ਅਲੀਸ਼ਾ ਕੋਈ ਏਲੀਆ ਦੇ ਪਿੱਛੇ ਪਿੱਛੇ, ਔਰ ਅੱਜ ਫਿਰ ਤੋਂ ਦੁਲਹਨ ਗੋਆ ਜਿਹੜਾ ਇਸ ਏਲੀਆ ਨਬੀ ਦੇ ਪਿੱਛੇ ਪਿੱਛੇ ਜਾ ਰਹੀ ਆ, ਉਹ ਵਿਜ਼ਨ ਆ ਜਿਹੜਾ ਇਹਨਾਂ ਦਿਨਾਂ ਚ ਖੋਲਿਆ ਗਿਆ ਆ। ਇਸੇ ਉਹਨੇ ਕਿਹਾ, ਯਿਸੂ ਮਸੀਹ ਨੇ ਕਿਹਾ, ਉਨੀ ਦੇਰ ਤੱਕ ਪੁੱਤਰ ਕੁਛ ਵੀ ਨਹੀਂ ਕਰਦਾ ਜਿੰਦਾ ਕਰ ਪਿਤਾ ਨਾ ਦਿਖਾਇਆ, ਔਰ ਉਨੀ ਤੱਕ ਦੁਲਹਨ, ਮੈਂ कहना उन्नी देर तक दुल्हन कुछ नहीं करते जिन तक पुत्र ही ना दिखाए। इसलिए दुल्हन को एक विजन आ, साडे को विजन आ सकता दा, साडे को विजन आ लपालकपन दा, साडे को विजन आ कि 7 गरजां एक कलीसिया दे अंदर प्रगट होणगीਆਂ। और नबी कहंदा इदां दी बेदारी होएगी कि अगर अमेरिका दे विच भी ਉਹ ਸਭਾ ਚੱਲਦੀ ਆ ਤੇ ਲੋਕ ਯੂਰਪ ਤੋਂ ਜਾਇ ਫੜ ਕੇ ਆਣਗੇ, ਉਸ बेदारी ਨੂੰ ਦੇਖਣਗੇ। ਔਰ ਉਹ ਵਿਜਨ ਆ ਸਾਡੇ ਕੋ ਕਿ ਅਗਰ ਉਹ ਇਸ ਤਰ੍ਹਾਂ ਆ ਤੇ ਵਾਪਸ ਉਹਨਾਂ ਚੀਜ਼ਾਂ ਨੂੰ इंडिया च कर पाई है कि बेदारी पंजाब च इदां दी होए, जम्मू च इदां दी होए, इंडिया च इदां दी होए कि लोग प्लेन लैके देखन आन कि की बेदारी है। ਉਹ ਜਦੋਂ ਪਰਮੇਸ਼ਵਰ ਤੁਹਾਡੇ ਅੰਦਰ ਚੱਲਦਾ ਫਿਰਦਾ ਹੋਏ, ਉਹ ਵਿਜ਼ਨ ਆ ਸਾਡੇ ਕੋਲ, ਇੱਕ ਮੈਸੇਜ ਆਇਆ ਸਾਡੇ ਕੋਲ ਕੋਈ ਮਨਗੜ ਕਹਾਣੀਆਂ ਨਹੀਂ ਆਈ, ਸਾਡੇ ਕੋਲ ਇੱਕ ਮੈਸੇਜ ਆਇਆ, ਸਾਡੇ ਕੋਲ ਮਨਗੜ ਕਹਾਣੀਆਂ ਨਹੀਂ ਆਈਆਂ, ਸਾਡੇ ਕੋਲ ਮੈਸੇਜ ਆਇਆ ਇੱਕ। ਪਰ ਇਸ ਲਈ ਇਸ ਮੈਸੇਜ ਦੇ ਪਿੱਛੇ ਆ, ਇਸ ਲਈ ਇਹਨਾਂ ਚੀਜ਼ਾਂ ਦੇ ਪਿੱਛੇ ਕਿ ਮਨੁੱਖ ਦੀ ਗੱਲ ਦੇ ਪਿੱਛੇ ਨਹੀਂ ਹੈ, ਆਹੀ ਮੈਸੇਜ ਦੇ ਪਿੱਛੇ। 7 ਗਰਜਾਂ ਦਾ ਮੈਸੇਜ ਕਿ ਮਨੁੱਖ ਦਾ ਮੈਸੇਜ ਨਹੀਂ ਹੈ, ਬਲੀ ਸਵਰਗਦੂਤ ਦਾ ਮੈਸੇਜ। ऐसे कई लोग इन्हों भाई कोलमैन ने जोड़ दे, कई लोग इन्हों नबी ने जोड़ दिया, पर मैं और नबी खुद भाई कोलमैन खुद इन्हों बलिदूत ना जोड़ता है। इसलिए हर एक सच्चा सेवक लोकां नूं मसीह नाल ही जोड़ता है, ना कि किसी मनुख नाल जोड़ता है। इसलिए जो अगर तुहाडे विच कोई सेवका ही करन दिया, जिस तरह भी अगर कोई भी आ सानूं मिलदा है तो आओ इन्हों ही मसीह नाल जोड़ीए, ਅਸੀਂ ਆਪਣੇ ਉਸ ਵਿਜ਼ਨ ਦੇ ਪਿੱਛੇ ਜਾਈਏ ਜਿਹੜਾ ਮਲਾਕੀ 4 ਦੇ ਮੈਸੇਜ ਨੇ ਸਾਨੂੰ ਦਿੱਤਾ ਹੈ। ਉਹਨੇ ਸਾਨੂੰ ਵਿਜ਼ਨ ਦਿੱਤਾ ਹੈ ਕਿ ਸਿੱਧ ਕਿੱਦਾਂ ਹੋਣਾ, ਉਹਨੇ ਸਾਨੂੰ ਵਿਜ਼ਨ ਦਿੱਤਾ ਹੈ ਕਿ ਲਪਾਲਕਪਨ ਕਿੱਦਾਂ ਹੋਣਾ, ਉਹਨੇ ਸਾਨੂੰ ਵਿਜ਼ਨ ਦਿੱਤਾ ਹੈ ਰੈਪਚਰ ਦਾ, ਉਹਨੇ ਸਾਨੂੰ ਵਿਜ਼ਨ ਦਿੱਤਾ ਦੇਹਾਂ ਨੂੰ ਚੇਂਜ ਹੋਣ ਦਾ, ਉਹਨੇ ਸਾਨੂੰ ਵਿਜ਼ਨ ਦਿੱਤਾ 7 ਗਰਜਾਂ ਦੀ ਬੇਦਾਰੀ ਦਾ, ਉਹਨੇ ਸਾਨੂੰ ਵਿਜ਼ਨ ਦਿੱਤਾ ਹੈ ਕਿ 1000 ਸਾਲ ਦਾ ਰਾਜ ਹੋਏਗਾ, ਉਹਨੇ ਸਾਨੂੰ ਵਿਜ਼ਨ ਦਿੱਤਾ ਹੈ ਕਿ ਨਵਾਂ ਯਰੂਸ਼ਲਮ ਹੋਏਗਾ, ਨਵਾਂ ਧਰਤੀ ਹੋਏਗੀ, ਨਵਾਂ ਆਕਾਸ਼ ਹੋਏਗਾ। ਆਓ ਉਸ ਵਿਜ਼ਨ ਦੇ ਪਿੱਛੇ ਚੱਲੀਏ। ਜਦੋਂ ਇੱਕ ਛੋਟੇ ਬੱਚੇ को ਵਿਜ਼ਨ ਹੁੰਦਾ ਹੈ ਕਿ ਮੈਂ ਕੁਝ ਵੱਡਾ ਹੋ ਕੇ ਇਹ ਬਣਾਂਗਾ, ਇਹ ਬਣਾਂਗਾ, ਔਰ ਇੱਕ ਦਿਨ ਚ ਏਦਾਂ ਨਹੀਂ ਆ ਕਿ ਉਹ ਸੁੱਤਾ ਉੱਠੇ ਸਵੇਰੇ ਉਹ ਵਿਜ਼ਨ ਪੂਰਾ ਹੋ ਜਾਏ। ਉਸ ਵਿਜ਼ਨ ਨੂੰ ਪੂਰਾ ਕਰਨ ਲਈ ਜੋ ਉਹਨੇ ਪਹਿਲੇ ਦੇਖ ਕੇ ਆਇਆ ਉਹਨੂੰ ਮਿਹਨਤ ਕਰਨੀ ਪੈਂਦੀ। ਉਸ ਵਿਜ਼ਨ ਨੂੰ ਆਪਣੀ ਜ਼ਿੰਦਗੀ ਚ ਪੂਰਾ ਕਰਨ ਲਈ ਉਹਨੂੰ, ਅਗਰ ਕਿਸੇ ਦਾ ਵਿਜ਼ਨ ਆ ਕਿ ਉਹ ਕ੍ਰਿਕਟਰ ਬਣੇ, ਇੱਕ ਕ੍ਰਿਕਟ ਪਲੇਅਰ ਬਣੇ, ਤੇ ਉਹਦੇ ਕੋਲ ਇਹ ਵਿਜ਼ਨ ਪਾਣ ਲਈ, ਉਹ ਬਣਨ ਲਈ ਇੰਟਰਨੈਸ਼ਨਲ ਲੈਵਲ ਲਈ ਉਹਨੂੰ ਪ੍ਰੈਕਟਿਸ ਚਾਹੀਦੀ ਹੈ, ਉਹਦਾ ਸਟੈਮਿਨਾ ਚਾਹੀਦਾ, ਉਹਨੂੰ ਸਟਰੈਂਥ ਚਾਹੀਦੀ ਹੈ। ਉਹ ਇਹ ਚੀਜ਼ਾਂ ਨਾਲ ਉਸ ਵਿਜ਼ਨ ਦੇ ਪਿੱਛੇ ਚੱਲਦਾ, ਉਹ ਮਿਹਨਤ, ਉਸ ਵਿਜ਼ਨ ਦੇ ਪਿੱਛੇ ਡੈਡੀਕੇਸ਼ਨ ਚਾਹੀਦਾ ਹੈ, ਤੁਹਾਡਾ ਸਮਰਪਣ ਚਾਹੀਦਾ ਹੈ, ਤੁਹਾਡੀ ਮਿਹਨਤ ਚਾਹੀਦੀ ਹੈ, ਤੁਹਾਡਾ ਬਲੀਦਾਨ ਚਾਹੀਦਾ ਹੈ। ਕਈ ਲੋਕਾਂ ਦੀ ਤੁਸੀਂ ਗਵਾਹੀ ਸੁਣੀ ਹੋਏਗੀ, ਇੰਟਰਨੈਸ਼ਨਲ ਜਿਹੜੇ ਪਲੇਅਰ ਆ, ਅਸੀਂ ਬਚਪਨ ਚ ਏਦਾਂ ਕਰਦੇ, ਇਹ ਛੱਡਿਆ, ਇਹ ਛੱਡਿਆ, ਇਹ ਕੀਤਾ, ਕਿਉਂ? ਕਿਉਂਕਿ ਉਹਨਾਂ ਕੋਲ ਇੱਕ ਵਿਜ਼ਨ ਹੀ। अगर एक दुनियावी बंदे को विजन अगर इन्ना परिश्रम करा सकता है, एक अगर दुनियावी बंदे को क्रिकेट दा प्लेयर होने दा विजन इन्नी डेडिकेशन लेके आ सकता है, इन्ना बलिदान कर सकता है, ते फिर असीं परमेश्वर दे पुत्र हो के जिहड़ा साडे कोल स्वर्गीय विजन आ, साडे कोल स्वर्गीय विजन आ, तां असीं क्यों पिछे हटीए? क्यों आपां मेहनत नहीं कर सकते? क्यों असीं दुआ ना करिए? क्यों ना असीं बाइबल पढ़िए? क्यों ना असीं मैसेज ना पढ़िए? क्यों असीं अगे ना वधिए? क्यों असीं सत्ता वाल ना वधिए? क्यों असीं माफ ना करिए? क्यों असीं ज्ञान ना रखिए? इस तरह नहीं हो सकता। अगर दुनियावी विजन च इन्नी पावर है कि वो डेडिकेशन दे सकता है कि दुनियावी बंदे नूं वो विजन जिहड़ा मौत दा है, वो विजन जिहड़ा मौत लई परिश्रम कीता जांदा है, पर साडे कोल जीवन दा विजन है। इसे जो परिश्रम करने वो जीवन दे विजन लई करने, इसलिए सानूं इस मैसेज ने विजन दिता है, इस मैसेज ने सानूं दर्शन दिता है। मैं कभी दर्शन नहीं देखा, पर मैं अपने उद्धार का दर्शन देखना कि मैं की ही वो परमेश्वर ने मैनूं की बनाता, और मैं विश्वास करना है इस तो ਵਧੀਆ ਹੋ ਰਹੇ ਹੋਵਾਂਗੇ। और मैं विषय लेना चाहना कि फिर ਅਸੀਂ 7 ਕਲੀਸਿया ਕਾਲਾਂ ਦੀਆਂ 7 ਜੀਵਤ ਆਵਾਜ਼ਾਂ ਜਿਹੜੀਆਂ 7 ਗਰਜਾਂ ਕਹਿਲਾਉਂਦੀਆਂ ਆ, ਉਹਨਾਂ ਦਾ ਕੀ ਕਰੀਏ? ਨਹੀਂ, और एक बड़ा अजीबोगरीब ਦਾ टाइटल ਲੱਗਣ ਦਿਆ, थोड़ा लंबा भी है, पर ਤੁਸੀਂ ਸਮਝੋਗੇ जिस ਤਰ੍ਹਾਂ ਅੱਗੇ ਜਾਵਾਂਗੇ मैं जल्दी खत्म करांगा। फिर ਇਹ 7 ਕਲੀਸਿया ਕਾਲ ਦੀਆਂ 7 ਜੀਵਤ ਆਵਾਜ਼ਾਂ ਜਿਹੜੀਆਂ 7 ਗਰਜਾਂ ਕਹਿਲਾਉਂਦੀਆਂ ਆ, ਕੀ ਕਰੀਏ? ਇਹ ਪਿਲਾਤੂਸ ਦਾ ਸਵਾਲ ਹੀ ਕਿ ਫਿਰ ਯीशु ਦਾ ਜਿਹੜਾ ਮਸੀਹ ਕਹਿਲਾਉਂਦਾ ਆ, ਅਸੀਂ ਕੀ ਕਰੀਏ? ਨਹੀਂ, ਔਰ ਇਹਨੂੰ ਅੱਜ ਦੇ ਸਮੇਂ ਲਈ ਜੋੜਨਾ ਕਿ 7 ਕਲੀਸਿਆ ਕਾਲ ਦੀਆਂ 7 ਜੀਵਤ ਆਵਾਜ਼ਾਂ ਦਾ ਜੋ 7 ਗਰਜਾਂ ਆ, ਅਸੀਂ ਕੀ ਕਰੀਏ? ਅਸੀਂ ਕੀ ਕਰੀਏ ਉਹਨਾਂ ਨੂੰ? ਨਹੀਂ, ਇਹ ਇੱਕ ਦਿਨ ਕੇਸ, ਇੱਕ ਦਿਨ ਡਿਸੀਜਨ ਲੈਣ ਦਾ ਸਮੇਂ
पिलातुस को आया ही और सेम आज डिसीजन लेंदा समय आज समय दे लोकां को आया उतने दे लोकां को आया ही पिलातुस को आया ही फरीसियां को आया ही पिलातुस नबी दा पिलातुस मूर्ति पूजक अविश्वासी केस ਉਹਦੇ ਅੱਗੋਂ ਵੀ ਆਇਆ ਨਬੀ ਦਾਸਾ ਉਹ ਜਿਹੜੇ ਫਰੀਸੀ ਸਦੂਕੀ ਹੀ ਉਹ ਧਾਰਮਿਕ ਉਹ ਮੈਂ ਕਹਿ ਸਕਦਾ ਇਹ ਮੈਸੇਜ ਦੇ ਲੋਕ ਹੀ ਇਹ ਮਸੀਹਤ ਨੂੰ ਜਾਣਨ ਵਾਲੇ ਲੋਕ ਹੀ ਇੱਕ ਤੇ ਉਹ ਜਿਹੜਾ ਮਸੀਹਤ ਨੂੰ ਨਹੀਂ ਜਾਣਦਾ ਇੱਕ ਉਹ ਵੀ ਗਰੁੱਪ ਜਿਹੜਾ ਮਸੀਹਤ ਨੂੰ ਜਾਣਦਾ ਹੈ ਔਰ ਇਹ ਦੋਨਾਂ ਕਲਾਸ ਦੇ ਲੋਕਾਂ ਕੋ ਗਿਆ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਮਸੀਹ ਦੇ ਬਾਰੇ ਪਤਾ ਹੈ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਮਸੀਹ ਦੇ ਬਾਰੇ ਨਹੀਂ ਪਤਾ ਪਿਲਾਤੁਸ ਨੂੰ ਨਹੀਂ ਪਤਾ ਫਰੀਸੀਆਂ ਨੂੰ ਪਤਾ ਹੈ ਅੱਜ ਵੀ ਕ੍ਰਿਸਚਨਾਂ ਨੂੰ ਮਸੀਹਾਂ ਨੂੰ ਗਰੁੱਪ ਦੇ ਲੋਕਾਂ ਨੂੰ ਮੈਸੇਜ ਦੇ ਲੋਕਾਂ ਨੂੰ ਪਤਾ ਹੈ ਪਰ ਕਈ ਅਵਿਸ਼ਵਾਸੀ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਜਿਹੜੇ ਮੂਰਤੀ ਪੂਜਕ ਆ ਪਰ ਤੁਸੀਂ ਕੀ ਹੋ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੇਸ ਹਰ ਇੱਕ ਕੋ ਆਇਆ ਜਾਏਗਾ ਉਸ ਸਮੇਂ ਦਾ ਮੈਸੇਜ ਮਸੀਹ ਹੀ ਉਸ ਸਮੇਂ ਦਾ ਮੈਸੇਜ ਯੀਸ਼ੂ ਹੀ ਔਰ ਅੱਜ ਦੇ ਸਮੇਂ ਦਾ ਮੈਸੇਜ ਸੱਤ ਗਰਜਾਂ ਆ ਸੱਤ ਕਲੀਸੇ ਕਾਲ ਦੀਆਂ ਸੱਤ ਜੀਵਤ ਆਵਾਜ਼ਾਂ ਔਰ ਉਦੋਂ ਇਹ ਪੁੱਛਿਆ ਗਿਆ ਕਿ ਉਹ ਇਸ ਯੀਸ਼ੂ ਦਾ ਜਿਹੜਾ ਮਸੀਹ ਕਹਿਲਾਂਦਾ ਹੈ ਕੀ ਕਰੀਏ ਔਰ ਅੱਜ ਮੇਰਾ ਸਵਾਲ ਆ ਕਿ ਉਹਨਾਂ ਸੱਤ ਕਲੀਸੇ ਕਾਲ ਦੀਆਂ ਸੱਤ ਜੀਵਤ ਆਵਾਜ਼ਾਂ ਦਾ ਜੋ ਸੱਤ ਗਰਜਾਂ ਆ ਇਹ ਕੀ ਕਰੀਏ ਤੁਸੀਂ ਦੌੜ ਨਹੀਂ ਸਕਦੇ ਤੋਂ ਤੁਹਾਡੇ ਕੋਲ ਕੇਸ ਆਏਗਾ ਹੀ ਹੈ ਪਿਲਾਤੁਸ ਦੌੜ नहीं सकता पिलातुस उस तो पहले मर नहीं सकता पिलातुस को ये केस आना ही आना है और आज फिर तो ये सवाल ये फिर तो क्वेश्चन ये फिर तो चीज आज फिर तो लोगों के सामने आ कि इन्हां सत्त गरजां दा जो सत्त कलीसिया काल आ की करे तो एक गल नोट कीती उन्हां नूं ये प्रॉब्लम ਉਹ ਯीशु ਤੇ ਨਹੀਂ ਵਿਸ਼ਵਾਸ ਕਰਦੇ ਮਸੀਹ ਤੇ ਕਰਦੇ ਹੀ ਹੁਣ ਤੁਸੀਂ ਸਮਝੋ ਮੈਂ ਕੀ ਕਹਿਣਾ ਉਹਨਾਂ ਨੂੰ ਇੰਨਾ ਪਤਾ ਹੀ ਮਸੀਹ ਆਣਾ ਹੈ ਉਹਨਾਂ ਨੂੰ ਇਹ ਪਤਾ ਹੀ ਬਾਈਬਲ 'ਚ ਭਵਿਸ਼ਵਾਣੀ ਆ ਕਿ ਮਸੀਹ ਆਏਗਾ ਮੇਨ ਪ੍ਰੋਬਲਮ ਇਹ ਨਹੀਂ ਕਹਿੰਦੇ ਕਿ ਮਸੀਹ ਕਦੀ ਨਹੀਂ ਆਏਗਾ ਨਾ 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 ਉਹਨਾਂ ਨੇ ਇਹ ਨਹੀਂ ਕਿਹਾ ਕਿ ਮਸੀਹ ਨਹੀਂ ਆਏਗਾ ਉਹਨਾਂ ਨੇ ਕਿਹਾ ਮਸੀਹ ਆਏਗਾ ਪਰ ਇਹ ਮਸੀਹ ਨਹੀਂ ਹੈ ਤੁਸੀਂ ਸਮਝੇ ਮੈਂ ਕੀ ਕਹਿਣਾ ਉਹ ਕਹਿੰਦੇ ਆਪਣੇ ਆਪ ਨੂੰ ਮਸੀਹ ਠਹਿਰਾਉਂਦਾ ਹੈ ਮਸੀਹ ਹੈ ਨਹੀਂ ਆ ਉਹ ਵਿਸ਼ਵਾਸ ਕਰਦੇ ਹੀ ਮਸੀਹ ਆਏਗਾ ਸਾਨੂੰ ਪਾਪਾਂ ਤੋਂ ਛੁਡਾਏਗਾ ਉਹ ਵਿਸ਼ਵਾਸ ਕਰਦੇ ਹੀ ਸਾਨੂੰ ਰੋਮ ਦੇ ਰਾਜ ਤੋਂ ਛੁਡਾਏਗਾ ਉਹ ਵਿਸ਼ਵਾਸ ਕਰਦੇ ਹੀ ਕਿ ਮਸੀਹ ਆਣਾ ਆ ਯਹੂਦੀ ਹਾਲੇ ਤੱਕ ਵਿਸ਼ਵਾਸ ਕਰਦੇ ਕਿ ਮਸੀਹ ਆਣਾ ਹੈ ਇਸ ਲਈ ਉਹ ਤੀਸਰੇ ਮੰਦਰ ਦੇ ਨਿਰਮਾਣ ਚ ਕਿਉਂਕਿ ਉਹਨਾਂ ਨੂੰ ਪਤਾ ਹੈ ਮਸੀਹ ਆਉਣ ਵਾਲਾ ਹੈ ਉਹ ਵਿਸ਼ਵਾਸ ਕਰਦੇ ਆ ਪਰ ਪ੍ਰੋਬਲਮ ਇਹ ਜਦੋਂ ਮਸੀਹ ਆਇਆ ਤੇ ਉਹ ਦੇਹ ਚ ਆਇਆ ਤੇ ਜਦੋਂ ਦੇਹ ਚ ਆਇਆ ਤਾਂ ਦੇਹ ਦਾ ਨਾਂ ਯੀਸ਼ੂ ਹੀ ਔਰ ਇਹਨੂੰ ਦੇਖਣ ਚ ਚੂਕ ਕਰ ਗਏ ਔਰ ਅੱਜ ਦੇ ਲੋਕਾਂ 'ਚ ਪ੍ਰੋਬਲਮ ਨਹੀਂ ਹੈ ਉਹ ਇਹ ਨਹੀਂ ਕਹਿੰਦੇ ਕਿ ਸੱਤ ਗਰਜਾਂ ਨਹੀਂ ਹੋਈਆਂ ਉਹ ਵਿਸ਼ਵਾਸ ਕਰਦੇ ਹੋਈਆਂ ਨਬੀ ਨੇ ਕਿਹਾ ਹੈ ਬਾਈਬਲ 'ਚ ਹੈ ਆ ਮੈਸੇਜ 'ਚ ਹੈ ਆ ਹੋਈਆਂ ਆ ਪਰ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਯੀਸ਼ੂ ਮਸੀਹ ਨਹੀਂ ਆ ਔਰ ਇਹਨਾਂ ਦਾ ਇਹ ਵਿਸ਼ਵਾਸ ਹੈ ਕਿ ਸੱਤ ਕਲੀਸਿਆ ਕਾਲਾਂ ਦੀਆਂ ਸੱਤ ਆਵਾਜ਼ਾਂ ਇਹ ਗਰਜਾਂ ਨਹੀਂ ਇਹ ਨਹੀਂ ਕਹਿੰਦੇ ਕਿ ਗਰਜਾਂ ਨਹੀਂ ਹੋਈਆਂ ਏਦਾਂ ਕੋਈ ਵੀ ਨਹੀਂ ਕਹਿ ਸਕਦਾ ਕਿਸੇ ਵੀ ਗਰੁੱਪ ਦੇ ਕਿਸੇ ਵੀ ਮੈਸੇਜ ਬਲੀਵਰ ਨੂੰ ਪੁੱਛੋਗੇ ਕਿਸੇ ਵੀ ਕ੍ਰਿਸਚੀਅਨ ਨੂੰ ਪੁੱਛੋਗੇ ਅਗਰ ਬਾਈਬਲ 'ਚ ਲਿਖਿਆ ਬਲੀ ਦੂਤ ਨੇ ਬੋਲਿਆ ਗਰਜਿਆ ਸੱਤ ਗਰਜਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਉਹ ਕਹਿੰਦੇ ਹੋਈਆਂ ਪਰ ਉਹ ਕਹਿੰਦੇ ਜੋ ਤੁਸੀਂ ਕਹਿੰਦੇ ਹੋ ਇਹ ਤੁਹਾਡਾ ਕਲੇਮ ਸਹੀ ਨਹੀਂ ਯੀਸ਼ੂ ਨੂੰ ਬਾਈਬਲ 'ਚ ਕਿਹਾ ਜਾਂਦਾ ਹੈ ਬਾਈਬਲ 'ਚ ਲਿਖਿਆ ਇੱਕ ਜਗ੍ਹਾ ਤੇ ਮੈਨੂੰ ਇਸ ਵਕਤ ਯਾਦ ਨਹੀਂ ਆ ਪਰ ਮੈਂ ਤੁਹਾਨੂੰ ਬਾਅਦ 'ਚ ਸਾਂਝ ਕਰ ਸਕਦਾ ਬਾਈਬਲ 'ਚ ਲਿਖਿਆ ਕਈਆਂ ਲੋਕਾਂ ਨੇ ਕਿਹਾ ਯੀਸ਼ੂ ਜਿਹੜਾ ਆ ਉਹਦਾ ਦਿਮਾਗ ਟਿਕਾਣੇ ਸਿਰ ਨਹੀਂ ਕਿਉਂਕਿ ਉਹਦੀ ਕਲੇਮ ਜਿਹੜਾ ਸੀ ਉਹਦਾ ਕਲੇਮ ਹੀ ਜਿਹੜਾ ਉਹਦਾ ਦਾਵਾ ਸੀ ਉਹ ਬਹੁਤ ਵੱਡਾ ਸੀ ਉਹਦਾ ਦਾਵਾ ਇਹ ਹੀ ਕਿ ਮੈਂ ਮਸੀਹ ਔਰ ਇਹ ਕਿੱਦਾਂ ਹੋ ਸਕਦਾ ਹੈ ਉਹਨਾਂ ਲਈ ਇਹ ਕਿੱਦਾਂ ਹੋ ਸਕਦਾ ਮਸੀਹ ਚਰਨੀ 'ਚ ਕਿੱਦਾਂ ਆ ਸਕਦਾ ਉਹ ਇਹਨੇ ਸਾਧਾਰਨ ਤਰੀਕੇ ਨਾਲ ਕਿੱਦਾਂ ਆ ਸਕਦਾ ਉਹ ਤੇ ਬਦਲਾਂ ਤੇ ਆਏਗਾ ਉਹ ਇਸ ਤਰ੍ਹਾਂ ਆਏਗਾ ਉਹ ਇਸ ਤਰ੍ਹਾਂ ਆਏਗਾ ਉਹ ਮਹਿਲ 'ਚ ਆਏਗਾ ਉਹ ਇਸ ਤਰ੍ਹਾਂ ਆਏਗਾ ਉਹਨਾਂ ਦੀ ਸੋਚਾਂ ਦੇ ਖਿਲਾਫ ਆਇਆ ਉਹ ਚਰਨੀ 'ਚ ਆ ਗਿਆ ਤੇ ਉਹ ਗਲਤ ਹੋ ਗਿਆ ਔਰ ਅੱਜ ਸਾਡਾ ਦਾਵਾ ਜਦੋਂ ਇਹ ਦੱਸਦੇ ਆ ਕਿ ਸੱਤ ਗਰਜਾਂ ਹੋ ਗਈਆਂ ਆ ਸੱਤ ਗਰਜਾਂ ਇਹ ਆ ਸੱਤ ਗਰਜਾਂ ਏਦਾਂ ਕਰਦੀਆਂ ਸੱਚ ਏਦਾਂ ਕਰਦੀਆਂ ਉਹ ਬਲੀਵ ਨਹੀਂ ਕਰ ਸਕਦੇ ਏਦਾਂ ਕਿੱਦਾਂ ਹੋ ਸਕਦਾ ਹੈ ਸਾਡਾ ਐਡਾ ਵੱਡਾ ਚਰਚਾ ਸਾਡਾ ਐਡਾ ਵੱਡਾ ਅਹੁਦਾ ਆ ਮੈਂ ਇੰਟਰਨੈਸ਼ਨਲ ਪ੍ਰਚਾਰਕ ਮੈਂ ਜਹਾਜ਼ 'ਚ ਜਾਣਾ ਆ ਮੈਂ ਇਹ ਆ ਮੈਂ ਉਹ ਆ ਮੈਂ ਇੰਨੀ ਵਾਰੀ ਪੜਿਆ ਆ ਮੈਂ ਇੰਨੀ ਵਾਰੀ ਕੀਤਾ ਆ ਉਹ ਸਾਨੂੰ ਨਹੀਂ ਪਤਾ ਚੱਲਿਆ ਪਰ ਤੁਹਾਨੂੰ ਕਿੱਦਾਂ ਪਤਾ ਚੱਲ ਗਿਆ ਤੁਸੀਂ ਕੱਲ ਦੇ ਬੱਚੇ ਹੋ ਤੁਸੀਂ ਕੱਲ ਦੇ ਹੋ ਤੁਸੀਂ ਇਹ ਹੋ ਤੁਸੀਂ ਉਹ ਆ ਪਰ ਇਹਨਾਂ ਸਾਨੂੰ ਕੋਈ ਲੈਣਾ ਦੇਣਾ ਨਹੀਂ ਮੈਸੇਜ ਫਰੀਸੀਆਂ ਤੇ ਨਹੀਂ ਗਡਰੀਆਂ ਤੇ ਪ੍ਰਗਟ ਹੋਇਆ ਹੈ ਕਿਉਂਕਿ ਪਰਮੇਸ਼ਰ ਨੂੰ ਫਰੀਸੀ ਨਹੀਂ ਚਾਹੀਦੇ ਉਹਨੂੰ ਗਿਆਨਵਾਨ ਨਹੀਂ ਚਾਹੀਦੇ ਉਹਨੂੰ ਗਡਰੀਏ ਚਾਹੀਦੇ
ਜਿਹੜੇ ਉਹ ਗਡਰੀਏ ਜਿਹੜੀ ਭੇਡਾਂ ਦੀ ਦੇਖਭਾਲ ਕਰ ਪਾਣ, ਉਹ ਗਡਰੀਏ ਜਿਨ੍ਹਾਂ ਨੂੰ ਪਤਾ ਹੋਏ ਮੇਮਨਾ ਕਿੱਥੇ ਜਨਮ ਲੈਂਦਾ ਆ, ਔਰ ਫਿਰ ਤੋਂ ਉਹਨੂੰ ਦੁਲਹਨ ਚਾਹੀਦੀ ਆ, ਉਹਨੂੰ ਮੈਸੀ ਬਲੀਵਰ ਨਹੀਂ ਚਾਹੀਦੇ, ਉਹਨੂੰ ਬ੍ਰਾਈਡ ਚਾਹੀਦੀ ਆ। ਉਹਨੂੰ ਏਦਾਂ ਹੀ ਭੀੜ ਨਹੀਂ ਚਾਹੀਦੀ, ਉਹਨੂੰ ਬ੍ਰਾਈਡ ਚਾਹੀਦੀ, ਬ੍ਰਾਈਡ ਮਟੀਰੀਅਲ ਚਾਹੀਦਾ ਆ। ਇਹਦਾ ਮੈਂ ਇੱਕ ਐਗਜ਼ਾਮਪਲ ਦਿੰਦਾ, ਕਈ ਵਾਰ ਬਾਈਬਲ ਚ ਲਿਖਿਆ ਜਗਤ ਨੇ, ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਉਹਨੇ ਜਗਤ ਨਾਲ ਇਹੋ ਜਿਹਾ ਪ੍ਰੇਮ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਪਰ ਫਿਰ ਵੀ ਜੋ ਕੋਈ ਵਿਸ਼ਵਾਸ ਕਰੇ ਉਹ ਅਨੰਤ ਜੀਵਨ ਪਾਏ। ਜੇ ਤੁਸੀਂ ਕੱਪੜਾ ਲੈਂਦੇ ਹੋ ਭੈਣਾ, ਅਗਰ ਕੱਪੜਾ ਲੈਂਦੀ ਆ, ਸੂਟ ਬਣਾਇਆ ਜਾਂਦਾ, ਹਰ ਇੱਕ ਚੀਜ਼ ਦਾ ਜਿਹੜਾ ਉਸ ਕੱਪੜੇ ਦਾ ਆ ਸੂਟ ਨਹੀਂ ਬਣਦਾ, ਉਹ ਚ ਲੀਰਾਂ ਨਿਕਲਦੀਆਂ, ਕਈ ਜਦੋਂ ਕੱਟਿਆ ਜਾਂਦਾ ਕੁਝ ਪਾਰਟ ਸੁੱਟ ਦਿੰਦੇ ਆ। ਉਹ ਕਿਆ ਉਹਦਾ ਤੁਸੀਂ ਦਾਮ ਨਹੀਂ ਦਿੱਤਾ? ਕਿਆ ਉਹਦਾ ਤੁਸੀਂ ਦਾਮ ਨਹੀਂ ਚੁਕਾਇਆ? ਕਿਆ ਉਹਦੇ ਲਈ ਪੈਸੇ ਨਹੀਂ ਦਿੱਤੇ? ਕਿਆ ਉਹ ਤੇ ਤੁਹਾਡਾ ਹੱਕ ਨਹੀਂ ਆ? ਕਿਆ ਉਹ ਤੁਹਾਡਾ ਨਹੀਂ ਆ? ਪਰ ਉਹ ਤੁਸੀਂ ਸੂਟ ਸੀਤਾ ਸਵਾਇਆ ਸੂਟ ਲੈ ਕੇ ਆਉਂਦੇ ਹੋ, ਕਿਆ ਲੀਰਾਂ ਵੀ ਮੰਗਦੇ ਤੁਸੀਂ? ਨਹੀਂ, ਜਦ ਕਿ ਪੈਸੇ ਤੁਸੀਂ ਦਿੱਤੇ ਹੀ, ਤੁਹਾਡਾ ਤੁਸੀਂ ਦਾਮ ਚੁਕਾਇਆ ਹੈ, ਤੁਸੀਂ ਲੀਰਾਂ ਮੰਗਦੇ ਨਹੀਂ। ਉਹਨੇ ਵੀ ਕਹਿੰਦਾ ਇਹੀ ਆ, ਉਹਨੇ ਦਾਮ ਚੁਕਾਇਆ ਹੈ ਸਾਰਿਆਂ ਲਈ, ਮੂਰਖ ਵਾਰੀਆਂ ਲਈ ਵੀ ਸ਼ਾਇਦ ਚੁਕਾਇਆ ਹੋਵੇ, ਕਿਉਂਕਿ ਉਹ ਵੀ ਲਹੂ ਨਾਲ ਬਚ ਧੋਤੀਆਂ ਗਈਆਂ। ਪਰ ਵਚਨ ਦੀ ਕੈਂਚੀ, 7 ਗਰਜਾਂ ਦੀ ਕੈਂਚੀ ਉਹ ਕੱਟਣ ਦੀ ਅੱਜ ਕਿੱਦਾਂ ਅੱਜ ਮੂਰਖ ਕੁਆਰੀਆਂ ਤੋਂ ਸਮਝਦਾਰ ਕੁਆਰੀ ਨੂੰ ਅਲੱਗ ਕੀਤਾ ਜਾਂਦਾ ਹੈ। ਕਿਸ ਤਰ੍ਹਾਂ? ਤੇਲ ਦੇ ਨਾਲ। ਉਹ ਤੇਲ ਕੀ ਹੈ? 7 ਗਰਜਾਂ। ਔਰ ਫਿਰ ਇਹਨਾਂ ਗਰਜਾਂ ਦਾ ਹੀ ਕੀ ਕਰੀਏ? ਇਹ ਸਵਾਲ ਹੀ ਉਹਨਾਂ ਲੋਕਾਂ ਦੇ ਸਾਹਮਣੇ। ਅੱਜ ਪਰਮੇਸ਼ਵਰ ਫਿਰ ਤੋਂ, ਇਹ ਖੁਦਾ ਫਿਰ ਤੋਂ ਉਸ ਕੈਂਚੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਅਲੱਗ ਕਰਨ ਦਿਆ, ਆਪਣੀ ਬ੍ਰਾਈਡ ਨੂੰ, ਆਪਣੀ ਦੁਲਹਨ ਨੂੰ ਅਲੱਗ ਕਰਨ ਦਿਆ, ਮੈਸੇਜ ਦੇ ਗਰੁੱਪਾਂ ਚੋਂ, ਦੁਨੀਆਦਾਰੀ ਚ। ਹੈ ਮੇਰੇ ਲੋਕੋ, ਉਹਨਾਂ ਚੋਂ ਬਾਹਰ ਆਓ। ਉਹਨੇ ਆਵਾਜ਼ ਨਾਲ ਤੁਹਾਨੂੰ ਖਿੱਚਿਆ ਆ, ਇਹ ਖਿਚਾਵ, ਇਹ ਹੀ ਤੀਸਰਾ ਖਿਚਾਵ ਜਿਹੜੀ ਉਹਨੇ ਖਿੱਚ ਮਾਰੀ ਹੈ ਤੁਹਾਨੂੰ ਖਿੱਚਣ ਲਈ। ਉਹ ਕੀ ਹੀ? ਇੱਕ ਪੁਕਾਰ। ਨਬੀ ਦੱਸਦਾ ਨਹੀਂ ਆ, ਜਦੋਂ ਰੇਨਬੋ 7 ਰੰਗੀ ਇੱਕ ਮੱਛੀ, ਰੇਨਬੋ ਟ੍ਰੌਟ ਹੁੰਦੀ ਹੈ ਇੱਕ ਮੱਛੀ, ਨਬੀ ਨੇ ਦਰਸ਼ਨ ਦੇਖਿਆ ਜਦੋਂ ਉਹਨੇ ਕੁੰਡੀ ਪਾਈ, ਉਹਨੇ ਕਿਹਾ ਥੋੜਾ ਜਾਏਗਾ ਕਿ ਪਹਿਲਾ ਖਿਚਾਵਾ ਥੋੜਾ ਝਟਕਾ ਦੇ, ਦੂਸਰਾ ਖਿਚਾਵਾ, ਲੇਕਿਨ ਤੀਸਰੇ ਖਿਚਾਵ ਚ ਪੂਰਾ ਝਟਕਾ ਦੇ ਕੇ ਮੱਛੀ ਬਾਹਰ ਕੱਢੀ। ਉਹੀ 7 ਰੰਗੀਆਂ ਮੱਛੀਆਂ ਇਹਨਾਂ ਦਿਨਾਂ ਦੇ ਤੀਸਰੇ ਖਿਚਾਵ ਨਾਲ ਯਿਸੂ ਮਸੀਹ ਫੜ ਰਿਹਾ ਹੈ। ਔਰ ਉਹ ਤੁਸੀਂ ਤੇ ਮੈਂ ਨਹੀਂ, ਤੀਸਰੇ ਖਿਚਾਵ 7 ਰੰਗਾਂ ਨਾਲ ਜੁੜਿਆ ਹੋਇਆ ਹੈ। ਇਸੇ ਤੀਸਰੇ ਖਿਚਾਵ ਚ 7 ਰੰਗਾਂ 7 ਗਰਜਾਂ ਹੈ ਕਿ ਸਾਡੇ ਨਾਲ ਜੁੜੀਆਂ, ਤਾਂ ਕਿ ਸਾਨੂੰ ਇਸ ਚੀਜ਼ ਤੋਂ ਬਾਹਰ ਬੁਲਾਇਆ ਔਰ ਮਸੀਹ ਦੇ ਵਿੱਚ ਰੱਖੇ, ਕਿਉਂਕਿ 7 ਗਰਜਾਂ ਦੁਲਹਨ ਨੂੰ ਇਕੱਠੀਆਂ ਕਰਦੀਆਂ। 7 ਗਰਜਾਂ ਦੁਲਹਨ ਦੀ ਬੇਦਾਰੀ ਹੈ। 7 ਗਰਜਾਂ ਦੁਲਹਨ ਦਾ ਉਠਾਏ ਜਾਣ ਦਾ ਵਿਸ਼ਵਾਸ ਦਿੰਦੀਆਂ। ਇਹ ਸਭ ਵਾਅਦੇ ਸਨ, ਔਰ ਉਦੋਂ ਸਵਾਲ ਹੀ ਲੋਕਾਂ ਦੇ ਸਾਹਮਣੇ, ਉਹ ਯੀਸ਼ੂ ਦੇਹਦਾਰੀ ਵਚਨ ਹੀ, ਔਰ ਅੱਜ ਇਹ ਦੁਲਹਨ ਦੇਹਦਾਰੀ ਵਚਨ। ਇਹਦਾ ਦਾਵਾ, ਅੱਜ ਇਸ ਦੁਲਹਨ ਦਾ ਦਾਵਾ ਬਹੁਤ ਵੱਡਾ ਹੋ ਗਿਆ। ਉਹਨਾਂ ਲਈ ਮੰਨਣਾ ਔਖਾ ਹੈ। ਉਹਨਾਂ ਨੇ ਬੁੱਢੇ ਹੋ ਗਏ ਉਹ ਇਸ ਚੀਜ਼ ਲਈ, ਪਰ ਇੱਕ 33 ਸਾਲ ਦਾ ਕਿੱਦਾਂ ਆ ਕੇ ਕਹਿ ਸਕਦਾ ਆ ਕਿ ਮੈਂ ਮਸੀਹ ਹਾਂ? ਏਦਾਂ ਨਹੀਂ ਹੋ ਸਕਦਾ। ਉਹਨਾਂ ਲਈ ਏਦਾਂ ਨਹੀਂ ਹੋ ਸਕਦਾ। ਪਰ ਪਰਮੇਸ਼ਵਰ ਦਾ ਧੰਨਵਾਦ, ਮਛੁਆਰਿਆਂ ਨੂੰ ਪਤਾ ਲੱਗ ਗਿਆ। ਪਰਮੇਸ਼ਵਰ ਦਾ ਧੰਨਵਾਦ, ਚੁੰਗੀ ਲੈਣ ਵਾਲੇ ਨੂੰ, ਇੱਕ ਪਾਪੀ ਨੂੰ ਪਤਾ ਚੱਲ ਗਿਆ ਕਿ ਮਸੀਹ ਆ। ਪਰ ਸਾਡੇ ਵਰਗੇ ਪਾਪੀਆਂ ਨੂੰ ਪਤਾ ਚੱਲ ਗਿਆ, ਪਰ ਧਾਰਮਿਕ ਲੋਕਾਂ ਨੂੰ ਫਿਰ ਨਹੀਂ ਪਤਾ ਚੱਲਿਆ। ਨਬੀ ਕਹਿੰਦਾ 3 ਚੀਜ਼ਾਂ ਹੀ ਜਿਹੜੀਆਂ ਪਿਲਾਤੂਸ ਨੇ ਉੱਥੇ ਕੀਤੀਆਂ। ਪਹਿਲਾ, ਉਹਦਾ ਜਵਾਬ ਹੀ, ਮੈਂ ਇਹਦੇ ਵਿੱਚ ਕੋਈ ਵੀ ਦੋਸ਼ ਨਹੀਂ ਲਾਉਂਦਾ। ਉਹਨੇ ਹੱਥ ਧੋਤੇ ਔਰ ਆਪਣਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਪਿੱਛਾ ਨਹੀਂ ਛੁਡਾ ਸਕਦੇ। ਆਏ ਲੋਕ ਇਸ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ, ਇਸ ਮੈਸੇਜ ਤੋਂ। ਆਏ ਲੋਕ ਵਚਨ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ, ਪਰ ਪਿੱਛਾ ਛੁਡਾ ਨਹੀਂ ਸਕਦੇ। ਜਦੋਂ ਵਚਨ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚੀ ਹੈ, ਤੁਸੀਂ ਪਿੱਛਾ ਨਹੀਂ ਛੁਡਾ ਸਕਦੇ, ਤੁਸੀਂ ਪਿੱਛੇ ਨਹੀਂ ਮੁੜ ਸਕਦੇ, ਤੁਸੀਂ ਇਹਨੂੰ ਧੱਕਾ ਨਹੀਂ ਦੇ ਸਕਦੇ ਕਿ ਮੇਰੇ ਤੋਂ ਲੱਥ ਕੇ ਹੋਰ ਕਿਤੇ ਚੱਲ ਜਾ। ਨਹੀਂ, ਏਦਾਂ ਨਹੀਂ ਹੋ ਸਕਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਨਹੀਂ ਸੁਣਿਆ, ਕਿਉਂਕਿ ਹਮੇਸ਼ਾ ਮੈਂ ਦੱਸਦਾ ਹੁੰਦਾ ਨਾ ਕਿ ਇੱਕੋ ਹੀ ਜਾਨਵਰ ਹੈ ਜਿਹਦੇ ਕੰਨ ਨਹੀਂ ਹੁੰਦੇ, ਔਰ ਉਹ ਸੱਪ। ਸਰਪ ਦਾ ਵੰਸ਼ ਕਦੀ ਸੁਣਦਾ ਨਹੀਂ ਹੈ, ਇਸ ਲਈ ਕਦੀ ਕਿਉਂ ਨਾ ਮੈਂ ਸੁਣਿਆ ਨਹੀਂ। ਇਸ ਲਈ ਮੂਰਖ ਵਾਰੀਆਂ ਵੀ ਸਰਪ ਦਾ ਵੰਸ਼ ਨਹੀਂ, ਬਾਈਬਲ ਵਿੱਚ ਲਿਖਿਆ ਜਦੋਂ ਧੂਮ ਮਚੀ ਤੇ 10 ਉੱਠੀਆਂ, ਮੂਰਖ ਵੀ ਉੱਠੀਆਂ। ਤੁਸੀਂ ਸਮਝੇ? ਕਾਸ਼ ਤੁਸੀਂ ਸਮਝੋ ਜੋ ਮੈਂ ਕਹਿਣ ਰਿਹਾ। ਖਾਲੀ ਸਮਝਦਾਰ ਨਹੀਂ ਉੱਠੀਆਂ, ਮੂਰਖ ਵੀ ਉੱਠ ਗਈਆਂ। ਤੁਸੀਂ ਪਿੱਛਾ ਨਹੀਂ ਛੁਡਾ ਸਕਦੇ। ਨੌਜਵਾਨ ਅੱਜ ਵਚਨ ਤੋਂ ਪਿੱਛਾ ਛੁਡਾਉਂਦੇ, ਚਰਚ ਜਾਣ ਤੋਂ ਪਿੱਛਾ ਛੁਡਾਉਂਦੇ ਹੋ। ਕਈ ਲੋਕ ਬਾਈਬਲ ਪੜ੍ਹਨ ਤੋਂ ਪਿੱਛਾ ਛੁਡਾਉਂਦੇ ਆ, ਮੈਸੇਜ ਪੜ੍ਹਨ ਤੋਂ ਪਿੱਛਾ ਛੁਡਾਉਂਦੇ ਆ।
कोई बाइबल की गल करें तो पिछा छुड़ाते हैं, चर्च की कोई एक्टिविटी करनी होए उस भाग लेना होए उस पिछा छुड़ाते हैं, चर्च का कोई काम करना पै जाए उस पिछा छुड़ाते हैं, पिछे छुड़ाते हैं ना, पर छुड़ा नहीं सकते। पिलातूस पिछा छुड़ाना चाहता ही पर नहीं छुड़ा सकते, और तू ही भी इस वचन तो पिछा नहीं छुड़ा सकते। इस वचन के नाल रह के जी सकते हो, मर सकते हो, सड़ गल सकते हो, पर पिछा नहीं छुड़ा सकते। ये वचन तो तुम पिछा नहीं छुड़ा सकते। तुम स्टेटमेंट नोट की पिलातूस दी, मैं च कोई भी दोष नहीं लगता, एक गल नहीं लभी जिथों प्रूफ कर पाए कि यीशु मसीह गलत, उन्होंने एक पॉइंट नहीं लभा जिथों साबित कर पान फरीसी के गलत है। पिलातूस नूं कोई पॉइंट नहीं लभा, एक कोई कह दे कि गलत था, प्रूफ ओदा नहीं मिलिया, क्योंकि बेमना निर्दोष होना चाहिए। एक पॉइंट नहीं उन्होंने मिलिया, वो कहता मैं जानना च कोई दोष नहीं। पिलातूस दी घर दी आई कहंदी राती इहदे कारण मैं बड़ा दुख उठ के इहदे मामले च पई ना, ਉਹਦੀ घर दी ने भी कह दिता। पिलातूस कहंदा इह च कोई दोष नहीं लभ्या, अगर कोई दोष नहीं लभ्या तो छड्ड दे ਉਹਨੂੰ, पर छड्डिया भी नहीं, इकरार भी नहीं किया, बोल दिता। इसलिए बोलना और इकरार करना अलग अलग गल्लां हैं। काश तुसीं समझो जो मैं कह रहा, तुसीं बोल दो क्या जी भाई ये मैसेज ठीक है, ये बोलना कॉपी पेस्ट भी हो सकता है, पर इकरार दिल तो आंदा है, इकरार प्राण तो आंदा है। जो तुहाडा प्राण झंझोड़िया जाता है, जो तुहाडे अखां च अथरू आंदे हैं, जो तुहाडा हर एक अंग हिलदा है, झटकदा है, तुहानूं कुछ महसूस हुंदा है कि कुछ अंदरों आ रहा है, वो है इकरार, वो है इकरार। जदों दी उपस्थिति च आंदे उदों इकरार। क्या यूहन्ना 3.5 साल यीशु मसीह दे नाल नहीं रहा? बाइबल च लिखो छाती ते सिर रख के सौंदा है यीशु मसीह दी। प्रकाश तो वाक्य च बाइबल च देखा जो बाइबल च लिखा जो उन्हें मसीह नूं देखा तो बाइबल च लिखा हो ऐसा लगे एकदम लगभग मरन लगा है। क्यों? उदों दी प्रेजेंस आई, आई मैसेज दे नाल नाल रह रहे हैं, आई अग दे खंबे दे नाल नाल रह रहे हैं, वो अलग गल आ, पर अग दे खंबे दी प्रेजेंस च आना अलग गल। जदों वो ठाडे ना कला कला बर्ताव करे, वो अलग गल। उन्हें कोई दोष नहीं लभा, और आज तक जिन्हें ना मैं गल की ना सत कर जाती कि आज तक किसी ने नहीं कहा कि तुम गलत कह रहे हो, उन्होंने कोई दोष नहीं लगता, कहते तुम सही कह रहे हो पर आप मन नहीं सकते। पिलातूस कहता बिल्कुल इस कोई दोष नहीं है, पर मैं मन नहीं सकता। आज भी लोग दोष नहीं लभते, उन्होंने कोई लभदा ही नहीं है, पर मन नहीं सकते। यह मजबूरी कारण, अपनी फैमिली कारण कह मसीह बिल्कुल सही है, मसीहत बिल्कुल सही है, चर्च आना बिल्कुल सही है, पर अपनी फैमिली के डर के मारे वो मान नहीं सकते। वो कह सकते हैं यीशु मसीह ना था बपतिस्मा बिल्कुल सही है, अन्य भाषाएं बोलनी चाहिए बिल्कुल सही है, वाल ही ओढ़नी है बिल्कुल ही सही है, पर की करिए साडा चर्च नहीं मानता, नहीं मान नहीं सकते। 7 गलियां 7 कलीसियां कल दी 7 वजह बिल्कुल सही है भाई, ये कोट मैं कभी पढ़ी नहीं, मैं देखे नहीं कभी, इस तरह है, पर की करिए साडा पास्टर नहीं मानता, इससे मान नहीं सकते, इकट्ठे फेलोशिप नहीं कर सकते। उन्होंने कोई दोष नहीं लगता, पर मानता नहीं है। तुसीं देखिए सेम सिचुएशन जिद्दां उदन ही अज फिर तो, इसलिए उन्होंने यह सवाल है कि उस यीशु का जिहड़ा मसीह कहलांदा है की करिए, ते इन्हां 7 कलीसियां कहलां दी 7 आवाज़ां जिहड़ियां 7 गरजां कहलांदियां असीं की करिए, की करिए इन्हां दा? इह तुहाडे सामने चॉइस है, या तो तुसीं मनो और जीवन पाओ, नहीं मनो तो मौत पाओ। नहीं उन्होंने किसी ने कोई दोष नहीं लगा। पिलातूस कहना मैं कोई भी दोष नहीं लगता, नहीं लगता, और आज भी इस मैसेज किसी ने कोई दोष नहीं लगता, कहेंगे बिल्कुल सही है, पर ये मान नहीं सकते। और दूसरी गल भी कहना पिलातूस ने की थी कि पिछा छुड़ा के केस हेरोदेस वाल भेज, अपनी जिम्मेवारी तो दौड़न दिया, और हेरोदेस दे बल्ले बात
कि गलील रहिंदा आ ते ओह ते ओहदे अंडर आ हेरोदेस कोल। और बाइबल च लिखिया हेरोदेस ओनू देखना चाहता है, अगे मिलना चाहता है, ओहदा नाम बड़ा है और वो तो कोई चाहता है कि कोई ट्रिक करके दिखाए, ओनू कोई जादू मंत्र दिखाए, बड़ा वधिया लगेगा मैनूं जादू मंत्र दिखाया जाए। अब बाइबल च लिखिया जो हेरोदेस को लैके हेरोदेस ओनू पुछदा रहा और यीशु मसीह ने जरूरी नहीं समझा जवाब देना, जरूरी नहीं समझा। और बाइबल च लिखिया तो गुस्सा आया तो कहना इन्हूं वापस ले जाओ, ओनू पढ़ के लिए वस्त्र पाया तो बाइबल च लिखिया वापस पिलातुस को करता। पिलातुस पिछा नहीं छुड़ा सकता, किसी दे होर उपर नहीं पा सकता, कि दूसरे ते रिस्पॉन्सिबिलिटी नहीं पा सकता, नहीं पा सकता। तो ये अज किसी ते रिस्पॉन्सिबिलिटी नहीं पा सकता। शायद तुसीं एक चर्च दे बिलीवर हो और तुहाडा पास्टर किसी दूसरी शिक्षा दे नाल होए, शायद तुहाडा पास्टर किसी दूसरी संस्था दे नाल होए, शायद तुहाडा पास्टर किसी दूसरे ग्रुप नाल होए। अगर तुहाडे कोई केस आया है, तुहाडे कोई मसला आया है, तुहाडे कोई फॉरवर्डिंग आया है, तो ये तो पिछले डिसीजन तुहानूं लेना पैना, निर्णय तुहानूं करना पैना है कि ये सही आ कि गलत। निर्णय तुहाडा ही, जेड़ा मुंह तो अंगीकार करेगा बाइबल च लिखिया वो बचाया जाए, वो उद्धार पाएगा। तुहानूं मुंह तो अंगीकार करना ही पैना, या तो अज कर लो या फिर उदों कर लो, जो बाइबल च लिखिया हर एक जीव अंगीकार करे, या तो उदों करना पैना या तो अज करना हर एक जीव ने। ਇਹਦਾ पुनरुत्थान सारे ਦਾ होना है, पर कईयां दा रैप्चर तो पहले और कईयां दा न्याय तो पहले। उन्हें ढाडे ते आ तुसीं किहड़े विच जाना है, अंगीकार तुहानूं करना ही पैना आ, पर ये ढाडे ते आ कि तुसीं अज करना चाहते हो या उदन करना चाहते हो, ये ढाडे ते, ये ढाडे ते पैन भाई। इसलिए आओ इस मैसेज रिस्पॉन्सिबिलिटी, और कई चर्च ने भाइयों का यह मनना होंदा है कि रिस्पॉन्सिबिलिटी सारी वचन नूं मनन दी, रिस्पॉन्सिबिलिटी सारी वचन ते चलन दी, मैसेज पढ़न दी, बाइबल पढ़न दी, हर एक चीज करने दी रिस्पॉन्सिबिलिटी सिर्फ तो सिर्फ पास्टर की। रिस्पॉन्सिबिलिटी केवल पास्टर की नहीं है, रिस्पॉन्सिबिलिटी हर एक उस जानदी है जेड़ा इस मैसेज ते विश्वास करता है, हर एक उस जानदी है जेड़ा चुना गया है। अगर तुसीं चुने गए हो, तुहाडी एक रिस्पॉन्सिबिलिटी है इस वचन के प्रति कि तुसीं इहनूं जियो और अपने जीवन तो इहनूं महिमा दो। अगर एल्डर डीकन दी रिस्पॉन्सिबिलिटी पाएगा और आपे ना करेगा, ऐसा नहीं होना। और कदों एक परफेक्ट चर्च होएगा जो चर्च का हर एक ऑफिस, हर एक बंदा अपनी पोस्ट ते ईमानदार होएगा, वो परफेक्ट चर्च। एल्डर एल्डर की जगह तो होएगा, उन्हें पता है एल्डर की, सॉन्ग लीडर सॉन्ग लीडिंग करेगा, डीकन डीकन ही रहेगा, म्यूजिक वाला ही रहेगा, चर्च का कोई प्रीचर आ वो प्रीचर बनया रहेगा, कोई पास्टर आ वो पास्टर रहेगा। ये नहीं है कि एल्डर के मैं पास्टर बन जाऊं, नहीं, तो ये अपनी रिस्पॉन्सिबिलिटी रिजोर्स सकते। आज कईयां नूं अगर ये मैसेज सुनाया जाए रिस्पॉन्सिबिलिटी तोड़ दिया, नहीं नहीं अही नहीं कर सकते। हाँ ठीक है, तुसीं सही कह रहे हो, पर आप मान अही रिस्पॉन्सिबिलिटी तो तोड़ नहीं सकते। सानू वापस इस वचन ते फेस टू फेस आना ही पैना। तुहानूं वो किस्सा याद है बाइबल च लिखिया जो 50वें साल तुरी बजाई जाती, अगर कोई खेत च काम करन दिया मजदूर कुछ भी है तो वो उदों आजाद हो जाता है सुन के, पर अगर अनसुनी करता है, इग्नोर करता है, तो बाइबल च लिखिया कंध विच वाली पवा के हमेशा दा गुलाम बनिया रहिंदा। हुण ओहदे ते आ कि वो गुलाम बनिया रहना चाहता है कि आजाद होना चाहता है। मेहनत ते गुलाम च भी करनी है तो क्यों ना आजाद हो के करिए। कितनी देर तक गुलाम रहांगे अपने पापा, अपने विचारां दे, अपने कमां दे। आओ इस संसार तो आजाद होइए और मसीह दे कैदी होइए। ये तुहाडे ते हुण तुसीं मसीह दा कैदी होना चाहते हो, ये उन्हां ते क्यों मसीह नूं कबूल करना चाहते हैं कि बरअब्बा नूं कबूल करना चाहते हैं। ये उन्हां ते क्यों जीवन नूं अपनाना चाहते हैं कि एक डाकू नूं अपनाना चाहते हैं।
ਉਹ ਡਾਕੂ ਹੀ ਬਾਈਬਲ ਚ ਲਿਖਿਆ, खूनी ही, चोर ही। ਨਬੀ ਕਹਿੰਦਾ ਇੱਕ ਪਾਸੇ ਜੀਵਨ ਲੈਣ ਵਾਲਾ ਹੀ, ਇੱਕ ਪਾਸੇ ਜੀਵਨ ਦੇਣ ਵਾਲਾ ਹੀ। खूनी कौन ਹੁੰਦਾ? ਕਤਲ ਕਰਨ ਵਾਲਾ, ਜੀਵਨ ਲੈਣ ਵਾਲਾ, ਜਾਨ ਨੂੰ ਮਾਰਨ ਵਾਲਾ, ਜ਼ਿੰਦਗੀ ਨੂੰ ਲੈਣ ਵਾਲਾ ਕਾਤਿਲ, ਉਹ ਹੁੰਦਾ खूनी, ਮਰਡਰਰ। ਇੱਕ ਪਾਸੇ ਬਰਪਾਹੀ ਜਿਹਨੇ ਜੀਵਨ ਲਿੱਤਾ ਹੈ, खूनी ਹੀ ਉਹ, ਔਰ ਇੱਕ ਪਾਸੇ ਯਿਸੂ ਹੀ ਜਿਹੜਾ ਜੀਵਨ ਹੀ। ਉਹ ਲੋਕਾਂ ਨੇ ਕਿਹਨੂੰ ਕਬੂਲ ਕੀਤਾ? ਜੀਵਨ ਲੈਣ ਵਾਲੇ ਨੂੰ। ਸੱਚੀ ਮੁੱਚੀ ਉਹਨਾਂ ਦਾ ਜੀਵਨ ਚਲ ਗਿਆ, ਉਹਨੇ ਜੀਵਨ ਲੈ ਹੀ ਲਿਆ ਉਹਨਾਂ ਦਾ। ਔਰ ਉਹ ਡਾਕੂ ਜਿਹੜਾ ਕਰੂਸ ਤੇ ਵੀ ਆਖਿਰ ਤੇ ਪਹਿਚਾਨ ਗਿਆ, ਯਿਸੂ ਮਸੀਹ ਕਹਿੰਦਾ, ਤੂੰ ਇਸੇ ਵਕਤ ਮੇਰੇ ਨਾਲ स्वर्ग चो है, महिमा चो है। एक इकरार तानू संसार चो कट के स्वर्गीय स्थानां च बिठा दिंदा। एक इकरार, एक मैसेज। 7 गरजां, 7वीं मोहर दा ही सच्चा इकरार। इकरार तुहाडे मूंह चों आना ही चाहिए। शर्माओ ना मसीहत, शर्माओ ना इस मैसेज तो, शर्माओ ना इस 7 गरजां तो। यहोवा हुकमाता वाला वचन। स्वर्ग पृथ्वी टल सकते हैं पर यह मुंह दा कहा हुआ शब्द नहीं टल सकता। और यह नबी दे मुंह चो नहीं, इलोहिम दे मुंह चो शब्द आए। किसी बंदे दे मुंह च हुंदे ते बड़ी देर तक टल गए हुंदे, पर यह शब्द टल नहीं सकते। मेरा वचन जिहड़ा भेजिया गया कदी भी व्यर्थ वापस नहीं आएगा। लोकी सोचदे 7 गरजां व्यर्थ हो गईयां, पर वो नहीं जानते वो की कहते। हे पिता इन्हां नूं माफ कर, ये नहीं जानते की कहते। क्यों? क्योंकि उन्होंने रिजेक्ट करता ही। और यीशु मसीह हाले भी उन्होंने दुआ करन आई, इसलिए दुआ करने, हे पिता इन्हां नूं माफ करे, नहीं जानते की कहते आ। पर धन्नवाद उन्हें ज्ञानवानां तो लुका के पालकां दे प्रगट कीता जिहड़ा सिखना चाहते। उन्हें जगत दे मूर्खां नूं चुन लिया के ज्ञानवानां नूं लज्जित करे। साडे कोल बेशक साडे कोल कोर्ट ना होएगा सानूं समझाउण लई, असीं समझा नहीं सकदे, पर विश्वास करने आ कि यही जीवते परमेश्वर का पुत्र मसीह या 7 गरजां। एक इकरार कित कोई पतरस कोई, ये इकरार ही जिहड़ा उन्हें कीता। और उन्होंने यीशु मसीह कहा, इसे इकरार ते, इसे प्रकाशन ते मैं अपनी कलीसिया बनाऊंगा। कलीसिया प्रकाशन ते बनदी आ, ज्ञान ते नहीं। कलीसिया पास्टर दे प्रकाशन ते नहीं बनदी। तारे पास्टर को प्रकाशन और वो कलीसिया बन जाए, नहीं नहीं नहीं। हर एक पत्थर जिहड़ा उस मंदिर दे विच आ ਉਹ ਘੜਿਆ ਹੋਣਾ ਚਾਹੀਦਾ ਹੈ। ਉਹ ਸਪੈਸ਼ਲ ਪੱਥਰ ਹੁੰਦਾ ਹੈ। हर एक पत्थर को अंगीकार होना ही चाहिए। ਤੁਹਾਡੇ ਮੰਮੀ ਡੈਡੀ ਦਾ ਪ੍ਰਕਾਸ਼ਨ ਤੁਹਾਡੇ ਲਈ ਕੰਮ ਨਹੀਂ ਕਰੇਗਾ, ਤੁਹਾਡੇ ਪਾਸਟਰ ਦਾ ਪ੍ਰਕਾਸ਼ਨ ਤੁਹਾਡੇ ਲਈ ਕੰਮ ਨਹੀਂ ਕਰੇਗਾ। ਉਹ ਉਹਦਾ ਪ੍ਰਕਾਸ਼ਨ ਹੈ, ਉਹ ਉਹਦਾ ਪਰਸਨਲ ਲੈਣਾ ਦੇਣਾ ਹੈ ਖੁਦਾ ਦੇ ਨਾਲ। ਹਾਂ, ਉਹ ਸੇਵਕਾਈ ਦੇ ਅੰਡਰ ਤੁਸੀਂ ਹੋ, ਉਹ ਸੇਵਕਾਈ ਤੁਹਾਨੂੰ ਮਦਦ ਕਰੇਗੀ। ਪਰ ਕੋਈ ਪ੍ਰਕਾਸ਼ਨ ਹੋਣਾ ਚਾਹੀਦਾ ਹੈ ਕਿ 7 ਗਰਜਾਂ ਹੀ ਮਸੀਹ ਇਹਨਾਂ ਦੇ ਨਾਲ। ਉੱਥੇ ਖੂਨੀ ਡਾਕੂ ਹੀ, डाकू बाइबल च कौन? उन्हें किस्सा याद आ गया, बाइबल च लिखा यीशु मसीह ने कोड़े, रस्सी दे कोड़े बनाए और जिन्ने भी मंदिर दे विच व्यापार करदे उन्हां नूं चढ़ाता और व्यापारी। और यीशु मसीह कहंदा होना चाहिए ये घर मेरा पिता दा घर, मेरी प्रार्थना दा घर हुंदा, पर तुसीं डाकुआं दी ਉਹ बनाता। चर्च विच बिजनेस करने वाले डाकू ही, एक सामने डाकू ही चर्च विच बिजनेस करने वाले, और एक पासे ਜਿਹੜਾ ਚਰਚ ਨੂੰ ਬਣਾਉਣ ਦਿਆ ਹੀ, ਇਸ ਕਲੀਸਿਆ ਨੂੰ ਮੈਂ ਬਣਾਵਾਂਗਾ, ਚਰਚ ਨੂੰ ਮੈਂ ਬਣਾਵਾਂਗਾ। ਇੱਕ ਹੀ ਚਰਚ ਨੂੰ ਬਣਾਉਣ ਵਾਲਾ, ਇੱਕ ਹੀ ਚਰਚ ਦੇ ਵਿੱਚ ਬਿਜ਼ਨਸ ਕਰਨ ਵਾਲੇ। ਔਰ ਲੋਕਾਂ ਨੇ ਕਬੂਲ ਕਿਹਨੂੰ ਕੀਤਾ? ਬਿਜ਼ਨਸਮੈਨਾਂ ਨੇ। ਪੈਸੇ ਨੂੰ, ਨਾ ਕਿ ਜੀਵਨ, ਪੈਸੇ ਨੂੰ ਨਾ ਕਿ ਮਸੀਹ, ਪੈਸੇ ਨੂੰ ਨਾ ਕਿ 7 ਗਰਜਾਂ। ਪਰ ਧੰਨਵਾਦ ਖੁਦਾ ਦਾ ਜੋ ਸਾਡੇ ਕੋਲ ਆਈ ਹੋ ਦਿੰਦੇ ਆ ਯਿਸੂ ਮਸੀਹ ਦੇ ਨਾਂ ਚ ਉੱਠ ਤੇ ਚੱਲ। ਫਿਰ ਸਾਡੇ ਕੋਲ ਯਿਸੂ ਮਸੀਹ ਦਾ ਨਾਮ, पतरस को पता नहीं यीशु मसीह का नाम है, और यीशु मसीह ने क्या
मैं तुहानू नवा नाम दांगा और वो नवा नाम 7 गरजां च ही प्रगट होएगा। इसलिए वो नाम सिर्फ उन्हां को है जिन्हां को 7 गरजां। मैं इसलिए इन्ना सिंपल करके समझाना है कि तुसीं समझो इस चीज, इस मैसेज। डिनोमिनेशन दे लोग पीछा छुड़ाते इस मैसेज, छुड़ा नहीं सकते। नौजवान छुड़ाते हैं, नहीं नहीं हले ते ही उम्र ही की है, हले ते बहुत कुछ करना है। बहुत कुछ की करना है? अच्छा चलो बहुत तो कुछ करना है, मैंने दसो मसीह तो बिना कुछ कर लोगे? उन्हें क्या कहते ही मेरे तो अलग हो के कुछ भी नहीं कर सकते। कहूँ क्या बपतिस्मा ले लियो, नहीं ली हाले ते ओदा ब्याह देखना, ओदा ब्याह देखना। बाइबल लिखा सवेरे ही तेरी प्राण चल जाए तो की कहेगा? ये तो पूरा संसार कमा ले ते अपना प्राण ही गवा ले तो की फायदा? इससे उद को डरो, उद को ना डरो जेड़ा खाली शरीर का नाश करदा। बाइबल च लिखा उद को डरो जेड़ा शरीर ते प्राण दोनों का नाश करदा। तो यहोवा दे डरन वाले दे आले दुआले यहोवा दा दूत छावनी कहंदा है। यहोवा दा डर भी दूतां नूं ले आंदा है। सोचो यहोवा दा प्रेम की करे। अगर यहोवा दा डर दूतां नूं थल्ले ले आंदा है ते यहोवा दे नाल प्रेम की कर लेगा? इसलिए आओ पीछे ना चढ़े। उन्होंने सामने हेरोदेस ने भी पीछे भेजता कि मैं कुछ नहीं कर सकता। और तीसरी चीज दोने सामने ही प्रभा तो ਇਹਦੇ ਵਿੱਚੋਂ ਉਹਨੂੰ ਕਬੂਲ ਕਰਨਾ ਹੈ, ਇੱਕ ਨੂੰ ਛੱਡਣਾ ਹੈ, ਇੱਕ ਨੂੰ ਰਿਜੈਕਟ ਕਰਨਾ। ਕੋਈ ਦੋਸ਼ ਨਹੀਂ ਲੱਭਾ, ਸਭ ਸਹੀ ਆ। और उत्थे यीशु मसीह है और प्रभा है। एक पासे भले दे बुरे दे ज्ञान दा पेड़ ही, एक पासे जीवन दा पेड़। और आदम हवा ने उत्ते खादा जिथे मना किया गया, और फरीसियां ने भी वही किया। बाइबल की स्टार्टिंग च भी एक गलत निर्णय ने दुनिया नूं पाप च लिआंदा। बाइबल दे विच भी एक गलत निर्णय लिता गया और उन्होंने बुरा हाल होया। टाइटस राजा आया, मारिया। उन्होंने कहा कि ਇਹਦਾ ਲਹੂ ਤੇਰੇ ਤੇ ਨਹੀਂ, ਸਾਡੀਆਂ ਤੇ ਸਾਡੀਆਂ ਸੰਤਾਨਾਂ ਤੇ ਹੋਏ। उन्होंने गलत किया। झूठियां घड़ियां गल्लां बना के उस वचन नूं डाकू दे लई छड्डता, बिजनेसमैन लई छड्डता, खूंडी लई छड्डता और उन्हां दा बुरा हाल होया। पर आए लोग पैसे दे पिछे वचन नूं छड्ड दिंदे। किदां ये साडी तनखावां है, उन्हां तनखावां दे पिछे जीवन नूं छड्ड दिंदे। बाइबल दी स्टार्टिंग च भी गलत निर्णय, बाइबल दे विच भी गलत निर्णय, और बाइबल दे एंड ते वे दुनिया दे एंड ते भी अज गलत निर्णय। लोकां ने निर्णय सही नहीं लिया। नहीं, और बाइबल दी स्टार्टिंग च परमेश्वर वापस आया, आदम तू किथे है? परमेश्वर ने अपने बच्चों ने गल करनी शुरू की लहू दे थले होके, क्योंकि पाप आ गया है और पाप लहू पाप नूं ढक दिंदा है। पर वो लहू ढक नहीं सकता, वो छुपा के रखता है। इसे एक सिद्ध लहू आया ताकि उस पाप नूं मिटा पाए। ये समझे? पर फरीसी पर इजरायली रिजेक्ट कर दे, इसलिए लहू अन्य जाति को आ गया। पर जिद्दां अन्य जाति का टाइम हुंदा है खत्म और ये लहू वापस इजराइल को जाता है। जो देखणगे किन्ने विन्या ये सट्टा सन कितों लगिया, मेरे भरावां दे घरों लगिया, और वो कहणगे कई गलत किया और ये लहू उन्हां लई एक्टिवेट होएगा। और अज ये लहू तुहाडे इकरार दे नाल तुहाडे लई एक्टिवेट हो सकदा है। शायद तुसीं गंदगी च हो, शायद तुसीं पाप च हो, शायद तुसीं डिप्रेस हो, शायद तुसीं थल्ले हो, पर ये लहू तुहाडे लई अज फिर तो एक्टिवेट हो सकदा। नबी कहंदा सानू होर कुछ नहीं, कलवरी दा एक होर दौरा चाहीदा है। सानू फिर तो कलवरी दा दौरा चाहीदा है। शायद तुसीं परेशान हो, लॉकडाउन आया, कोरोना आया, ना बिजनेस नहीं है, पैसा नहीं है, पर इन्ना कोई लेना देना नहीं है। शायद तुसीं कल्ले कई बार रोंदे हो, पर इन्ना कोई लेना देना नहीं है मसीहत दा। शायद तुहानू कोई ना प्यार करदा, पर इन्ना कोई लेना देना नहीं है मसीहत दा। शायद तुहानू कोई बुलांदा भी ना होए, पर इन्ना कोई लेना देना नहीं है। पर एक है जिहड़ा साडे नाल आ और वो प्रभु यीशु मसीह। और बाइबल च लिखा दुध पिलाण वाली मां तुहानू भुल सकदी है, पर मैं तुहानू कदी भी भुलांगा नहीं। इसलिए हिम्मत ना हारियो, यीशु दे प्यारेओ, हिम्मत ना हारियो। इसलिए आओ अगे वधिए, इन्हां चीज़ां नूं अगे लेके जाइए। ये मैसेज तुहाडे को आया है। सोचो की हालत होएगी पतरस को, जिदों को स्वर्ग राज दीयां कुंजियां है
वो बैकस्लाइड हो गया। समझो, एक बार सोच के देखो। पतरस मैं लगदा जो पी के आंदा होना, दोबारा तो मच्छियां फड़ के आंदा होना है, राती सौंदा होना और याद आंदा होना है कि प्रभु किथे कुंजियां, मैं चुनिया गया नहीं है प्रभु, मैं नहीं चुनिया गया। कई बार साडे मन च यह आ जांदा कि प्रभु असीं चुने गए भी है कि नहीं। मैं तुहानू एक फुल टू प्रूफ दसना कि तुसीं चुने गए कि नहीं। तो इस मैसेज आए ना 7 गरजां दे आए, तुसीं चुने गए, क्योंकि ये मैसेज सिर्फ चुनिया हुआ है। अगर तुसीं चुने गए नहीं होंदे, तुसीं कभी कबूल ही ना करदे। तुसीं कबूल कीता ना, तुसीं चुने गए, ਉਹਦੇ बाद तुसीं बैकस्लाइड भी होवे, लेकिन खुदा तुहानू वापस लेके आएगा, क्योंकि परमेश्वर दे पुत्र बैक जाके भी वापस आ सकदे हैं। दूत कभी डिग के ऊपर नहीं आते, पुत्र डिग के फिर उठ सकते। ये फर्क है तुहाडे च दूतां च, ये पावर है तुहाडी दूतां दे उपर। परमेश्वर ने अपना लहू दूतां लई नहीं तुहाडे लई बहाया, वो कलवरी ते दूतां लई नहीं तुहाडे लई गया, ਉਹਨੇ केले ठोके गए, थुकिया गया ਉਹਦੇ ਮੂੰਹ ਤੇ, और हर एक चीज़ होईयां दूतां लई नहीं तुहाडे लई। ਉਹ फिर भी तुसीं अगर बाइबल ना पढ़ो, फिर भी तुसीं पिछे हटो, फिर भी तुसीं मसीह तो पिछे हटो, फिर भी इस मैसेज तो पिछे हटो, फिर भी तुसीं डिप्रेस हो जाओ। इहदा किदां हो सकदा? इहदा नहीं हो सकदा। ਕਿਹੜੀ ਚੀਜ਼ ਤੁਹਾਨੂੰ ਥੱਲੇ ਰੱਖ ਸਕਦੀ ਹੈ? ਕੋਈ ਚੀਜ਼। ਕਿਹੜੀ ਚੀਜ਼ ਤੁਹਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰ ਸਕਦੀ? ਬਾਈਬਲ ਕਹਿੰਦੀ ਨਹੀਂ ਕਰ ਸਕਦੀ ਕੋਈ। ਥੋੜਾ ਥੋੜਾ ਕਰਕੇ, ਜਿੱਦਾਂ ਉਹਨਾਂ ਨੇ ਥੋੜਾ ਥੋੜਾ ਕਰਕੇ ਵਾਅਦਾ ਕੀਤਾ ਹੋਇਆ ਦੇਸ਼ ਲਿਆ। ਵਾਅਦਾ ਕੀਤਾ ਹੋਇਆ ਦੇਸ਼ ਇੱਕ ਦਿਨ ਚ ਨਹੀਂ ਲਿੱਤਾ ਗਿਆ। ਯਾਦ ਰੱਖਿਓ, ਬਾਈਬਲ ਪੜ੍ਹਿਓ ਆਪਣੀ। ਬਾਈਬਲ ਚ ਲਿਖਿਆ ਥੋੜਾ ਥੋੜਾ ਕਰਕੇ ਉਹਨਾਂ ਨੇ ਲਿੱਤਾ, ਔਰ ਏਦਾਂ ਹੀ ਆਪਾਂ ਥੋੜਾ ਥੋੜਾ ਕਰਕੇ ਉਹਨਾਂ ਗੁਣਾਂ ਨੂੰ ਪਾ ਕੇ ਪਵਿੱਤਰ ਆਤਮਾ ਦਾ ਬਪਤਿਸਮਾ ਆਪਣਾ ਵਾਅਦਾ ਕੀਤਾ ਹੋਇਆ ਦੇਸ਼ ਤੱਕ ਪਹੁੰਚਾਂਗੇ, ਚੋਟੀ ਦੇ ਪੱਥਰ ਤੱਕ ਪਹੁੰਚਾਂਗੇ। क्योंकि वही पिता का वादा है उपरली कोठी च आया, और यही 7 गरजां वादा है साडा, जो प्रेम अग दा बपतिस्मा है। ऐसे तुहाडे को अज निर्णय है कि तुसीं कबूल करोगे, तुसीं किहनूं कबूल करना चाहते हो। और मेरा फिर तो सवाल है कि इन्हां 7 कलीसिया काल दी 7 वजह जो 7 गरजां की करिए। लोकां दे सामने सवाल कि 5 वारी बाइबल पढ़ी कोई नहीं, पर की करिए, इन्हां दा की करिए, इन्हां कोर्स का की करिए, इन्हां लिखतां दा की करिए। यीशु मसीह नाम दा बपतिस्मा 2:38, इन्हां लिखतां दा की करिए। अन्य भाषा ऐदा बोलनी चाहिए, ऐदा नहीं बोलनी चाहिए। बाइबल च लिखिया है, इन्हां लिखतां दा की करिए। बाइबल लिखिया मेरे विश्वास करने वाले जो चैन को रोके थे हाथ रखेंगे रोगी चंगे होंगे, नई भाषा बोलन की हानि करेंगे, वस्तु भी पी जान तो उन्होंने किसी चीज की हानि नहीं होएगी। बाइबल च लिखिया इन्हां लिखतां दा की करिए। यीशु मसीह कल आई तो युगा ना युग इको जिहा है, ਇਹਦਾ ਕੀ करिए। बाइबल च लिखिया मलाकी 4 ਦਾ नबी आएगा भयानक दिन तो पहले, ਇਹਦਾ ਕੀ करिए। 7वां दूत आएगा सारे भेतां ਨੂੰ खोल देगा, ਇਹਦਾ ਕੀ करिए। एक दुल्हन होएगी जिते ना तो दाग होएगा ना जुड़ी होएगी, वचन दे पानी ਨਾਲ शुद्ध ਕੀਤੀ होएगी, ਇਹਦਾ ਕੀ करिए। 5 फॉर्म्स जो ने कुछ ਨੂੰ प्रेरित, कुछ ਨੂੰ वक्ता, कुछ ਨੂੰ सुसमाचार सुनाने वाले, किहे ਨੂੰ उपदेशक, किहे ਨੂੰ रखवाले नियुक्त ਕੀਤਾ है। ਇਹਨਾਂ ਲਿਖਤਾਂ ਦਾ ਕੀ करिए। आत्मा दा दुल्हन कहती है की करिए ना लिख, कोई ना कोई तो होएगा जिहड़ा पूरा करेगा, कोई ना कोई तो होएगा जिहड़ा इन्हां ते विश्वास करदा, कोई ना कोई तो है जिहदे अंदर जदों इन्हां गल्लां नूं सुणदा है, जदों भेत खुलदे आ, किहे ना किहे दे दिल च ते कुछ झंझोड़ा जाना हुंदा है, कोई ते प्राण खिच्चिया आंदा है। ते मैं ते बोलन दिया आ, अगर असीं थोड़े आ 9-10 जने आ ते इकट्ठे आ, शायद एक भाई सोचदा है भाई की बोलन दिया, पर कोई ना कोई प्राण ते है जिहड़ा सुणन दिया है। एक कोई तो कोई है जिन्ना गलबात होंदी है, किहे ना किहे लई ते मैसेज है आ, और 99 छड़ के एक दे पिछे जांदा है। इसी सारे छड़ के इन्हां 10 दे पिछे, किहे दे पिछे जाना पैना, तुहानूं पिछा करना पैना। तुहानूं अग दे विच झपड़ के बाइबल च लिखिया कहंदा है बचा ला, तुहानूं अग दे विच जाना पैना। कईयां भाईयां लई, कईयां भैणां लई तुहानूं अग दे विच हो के बचाना पैना उन्हां नूं। इसलिए आओ डिप्रेस ना होइए, आओ अगे वधिए, आओ कि निकलिए ही। असीं कितनी देर तक विश्वास टिके रहांगे? थोड़ा थोड़ा करके, थोड़ा थोड़ा करके, थोड़ा थोड़ा करके असीं अगे जाइए। अब लिखिया ही थोड़ा थोड़ा करके चेंज होने, अंश अंश करके बदलने। मैं कदों क्या नहीं कि एक दिन जाओ 7 गरजां दे पक्के विश्वासी बन जाइए, नहीं बन सकते जी, नहीं बन सकते। विश्वास से पिता अब्राहम ने इन्नी देर लगी, नबी कहंदा दा विश्वास नहीं पक्या, नहीं तो यीशु नहीं तो परमेश्वर ते पहले दिन देन च ही सामर्थी पुत्र, फिर भी 25 साल लग गए क्योंकि उसका विश्वास नहीं पक्या। हाले भी हसन दिया नहीं,
ਅਗਰ ਉਹਨੂੰ ਟਾਈਮ ਲੱਗ ਗਿਆ ਸਾਨੂੰ ਵੀ ਲੱਗੇਗਾ। ਪਹਿਲੀ ਦੇ ਹਰ ਇੱਕ ਦਾਣਾ ਇੱਕੋ ਟਾਈਮ ਤੇ ਨਹੀਂ ਪੱਕਦਾ, ਟਾਈਮ ਲੱਗਦਾ ਆ, ਪਰ ਪੱਕਦਾ ਜ਼ਰੂਰ ਆ। ਇਹ ਯਹੋਵਾ ਦੀ ਫਰਮਾਤਾ ਵਾਲਾ ਵਚਨ, ਪੱਕਾਂਗੇ ਜ਼ਰੂਰ ਅਸੀਂ। ਅਸੀਂ ਆਓ ਅੱਗੇ ਵੱਧ ਰਹੀਏ। ਤੁਹਾਡੇ ਤੇ ਡਿਸੀਜਨ ਤੁਸੀਂ ਕੀ ਲੈਣਾ ਚਾਹੁੰਦੇ ਹੋ? ਉਹ ਲੋਕਾਂ ਨੇ ਕੀ ਮੰਗ ਕੀਤੀ? ਬਰੱਬਾ। ਔਰ ਉਹਨੇ ਕਿਹਾ ਕਿ ਫਿਰ ਇਹਦਾ ਮੈਂ ਯੀਸ਼ੂ ਜਿਹੜਾ ਮਸੀਹ ਕਹਿਲਾਂਦਾ ਕੀ ਕਰਾਂ? ਉਹਨੇ ਕਿਹਾ ਇਹਨੂੰ ਸੂਲੀ ਤੇ ਚੜਾ ਦਿਓ। ਔਰ ਅੱਜ ਫਿਰ ਤੋਂ ਇਹਨਾਂ 7 ਗਰਜਾਂ ਨੂੰ ਲੋਕਾਂ ਨੇ ਸੂਲੀ ਤੇ ਚੜਾਤਾ, ਇਹਨਾਂ ਲਿਖਤਾਂ ਨੂੰ ਲੋਕਾਂ ਨੇ ਸੂਲੀ ਤੇ ਚੜਾਤਾ, ਇਸ ਵਚਨ ਨੂੰ, ਇਸ ਮੈਸੇਜ ਨੂੰ ਲੋਕਾਂ ਨੇ ਸੂਲੀ ਤੇ ਚੜਾਤਾ। ਬਾਈਬਲ ਚ ਲਿਖਿਆ ਅਗਰ ਉਹ ਜਾਣਦੇ ਤੇ ਸੂਲੀ ਤੇ ਨਾ ਚੜਾਉਂਦੇ। ਕਰੰਥੀਓ ਚ ਲਿਖਿਆ ਅਗਰ ਉਹ ਜਾਣਦੇ ਤੇ ਸੂਲੀ ਤੇ ਨਾ ਚੜਾਉਂਦੇ। ਉਹ ਜਾਣਦੇ ਨਹੀਂ ਹੈ 7 ਗਰਜਾਂ ਨੂੰ। ਅਗਰ ਉਹ ਜਾਣਦੇ ਤੇ ਕਦੀ ਰਿਜੈਕਟ ਨਾ ਕਰਦੇ। ਅਗਰ ਉਹ ਜਾਣਦੇ, ਉਹ ਨਹੀਂ ਜਾਣਦੇ, ਕਿਉਂਕਿ ਬਾਈਬਲ ਚ ਲਿਖਿਆ ਲੁਦੀਕਿਆ ਜਾਣਦੀ ਨਹੀਂ ਆ। ਉਹ ਸੋਚਦੀ ਆ ਕਿ ਮੈਂ ਧਨਵਾਨ, ਪਰ ਇਹ ਨਹੀਂ ਜਾਣਦੀ ਉਹ ਨੰਗੀ ਆ, ਉਹ ਤੁੱਛ ਆ। पर ही जान नहीं। अयूब का रेवलेशन कि मैं जानना मेरा छुड़ाने वाला जीवित, ਉਹਦੀ ਘਰ ਦੀ ਨਹੀਂ ਜਾਣਦੀ। ਬਾਈਬਲ ਚ ਲਿਖਿਆ, ਬਾਈਬਲ ਅਗਰ ਸਾਨੂੰ ਸਿਖਾਉਂਦੀ ਆ ਉਹਦੇ ਦੋਸਤ ਨਹੀਂ ਜਾਣ ਪਾਉਂਦੇ, ਉਹਦੇ ਲੋਕ ਨਹੀਂ ਜਾਣ ਪਾਉਂਦੇ, ਪਰ ਅਯੂਬ ਜਾਣਦਾ ਹੈ ਮੈਂ ਜਾਣਨਾ ਹੈ ਮੇਰਾ ਛੁਡਾਉਣ ਵਾਲਾ ਜੀਵਤ। ਔਰ ਇਹੀ ਦੇਹ ਦੇ ਵਿੱਚ ਮੈਂ ਆਪਣੇ ਛੁਡਾਉਣ ਵਾਲੇ ਨੂੰ ਦੇਖਾਂਗਾ। अयूब को प्रकाशन ही, दुल्हन को भी प्रकाशन है, मैं जाननी है मेरा छुड़ाने वाला जीवित। लुदीकिया नहीं जानती, पर मैं जाननी हाँ यही सत कलीसिया काल दी 7 वजे 7 गज। मैं जानती हाँ यही मसीह है, यही वचन आ, यही आयत समय का संदेश है। और फरीसी आए नहीं साढ़े को नबी है, यसु मसीह कहता नबी भी मेरे बारे कहता है, क्योंकि कहते नहीं साढ़े को विलियम ब्रानन वही है, पर ये नहीं जानते वही विलियम ब्रानन मैंने 7 गजां बारे कहता है। उन्हें कहा जिहड़ा मेरा बाद आने वाला है वो तुहानूं अगना बपतिस्मा देगा। इसे नबी की सेवकाई ही पानी का बपतिस्मा फिर तो रिस्टोर करन दी, क्योंकि अग का बपतिस्मा केवल यीशु मसीह के हाथ। इसलिए उन्हें कहा 7 गरजां पिरामिड नूं ढकदियां है। ते पिरामिड नूं कौन ढकदा है? चोटी का पत्थर। ते मतलब 7 गरजां चोटी का पत्थर आ, और चोटी का पत्थर है की आ? प्रेम। ते 7 गरजां फिर की हो गया? प्रेम। ते प्रेम ते अग दा बपतिस्मा ही, ते 7 गरजां की हो गया? अग दा बपतिस्मा। ਜਿਹੜਾ ਮੇਰੇ ਬਾਅਦ ਆਉਣ ਵਾਲਾ ਆ ਉਹ ਤੁਹਾਨੂੰ ਅਗ ਨਾਲ ਕੀ ਦੇਗਾ? ਬਪਤਿਸਮਾ ਦੇਗਾ। ਤੁਸੀਂ ਸਮਝੇ ਮੈਂ ਕੀ कहना? नबी ने की किया, मैं फिर तो आहिस्ता आहिस्ता दसना। नबी ने की किया? 7 पिरामिड 7 गरजां ਨਾਲ ਢਕਿਆ ਜਾਂਦਾ ਹੈ, 7 गरजां ਨਾਲ ਢਕਿਆ ਜਾਂਦਾ। लेकिन फिर नबी ਅੱਗੇ ਜਾ ਕੇ ਕਹਿੰਦਾ पिरामिड चोटी ਦੇ पत्थर ਨਾਲ ਢਕਿਆ ਜਾਂਦਾ। अगर 7 गरजां ਨਾਲ ਵੀ ਢਕਿਆ ਜਾਂਦਾ ਤੇ चोटी ਦੇ पत्थर ਨਾਲ ਵੀ ਢਕਿਆ ਜਾਂਦਾ, ਤੇ चोटी ਦਾ पत्थर ਹੋਇਆ ਕੀ? 7 गरजां। पर चोटी का पत्थर ते प्रेम ही। 7 गरजां की हुई फिर? प्रेम, चोटी का पत्थर। पर वही प्रेम अग का बपतिस्मा ही जो एंबर कलर ही। चोटी के पत्थर का कलर की? पीला हरा एंबर कलर। नबी कहता जो पुलिस के नाल अग का खंभा टकराया इसे रंग का ही। मूसा दे नाल जिहड़ा अग का खंभा उन्हां दी अगवाई करदा ही यही। नबी कहता जो मेरे सिर के ऊपर शोल्डर के ऊपर अग का खंभा हुंदा ही इसे रंग का ही, अग का बपतिस्मा। और जिहड़ा मेरे बाद आने वाला तुहानूं अग दा बपतिस्मा देगा। की है? 7 गरजां। इस 7 गरजां गतकी आ अग दा बपतिस्मा, जिहड़ा तुहाडी देह नूं चेंज करदा है। पहले एज ए वचन के रूप च तुहाडे अंदर बीज बन के आया ताकि तुहाडे प्राण के आसे पासे बॉडी बनाए, फिर वही बपतिस्मा अग दा बपतिस्मा बन के आंदा है ताकि उस बॉडी च जान पाए और तुहाडी देह चेंज हो जाए और तुसीं रैप्चर च जा पाओ। वो उठाया जांदा की दिंदा है? विश्वास दिंदा है। ये है 7 गरजां। हुण 7 कलीसिया कलदियां नहीं 7 वजे 7 गरजां आ, इन्हां दा की करिए? ਇਹ ਤੁਹਾਡੇ ਤੇ ਸਵਾਲ। और मेरा निर्णय है कि मैं ते मेरा घराना यहोवा दी ही रंद। ਇਹ निर्णय ही यहोशू दा, ਇਹ निर्णय आ हर एक ब्राइड मैंबर दा। ਇਹ ਤੁਹਾਡਾ फैसला है। ਇਹਨਾਂ 7 गरजां ਦਾ ਕੀ करिए? आओ ना लोकां वांगू ना बणीए। फरीसियां ने लोकां ਨੂੰ पूरा सिखाया ही बोलना की है? क्रूज दे दो इनू क्रूज। मैं किनू छड्डा? ਉਹ ਤਾਂ ਨਿਯਮ ਹੁੰਦਾ ਹੀ ਕਿ ਇੱਕ ਪਾਪੀ ਇੱਕ ਕੈਦੀ ਛੱਡਿਆ ਜਾਂਦਾ ਹੈ। और उन्होंने मंगया। दुनिया च बड़े गलत डिसीजन होए होने, बहुत ज्यादा गलत डिसीजन होए होने, पर इहो जिहा गंदा डिसीजन अज तक नहीं होया। एक पासे बरअब्बा ही, एक पासे यीशु मसीह। कदों ने कदी किसी की चोरी की? कदों ने मर्डर किया?
और एक पासे ਜਿਹੜਾ ਇਹਨਾਂ ਦਾ ਮਾਲ ਚੁੱਕ ਕੇ ਲੈ ਗਿਆ ਹੋਏ, ਇਹਨੇ ਤਾਂ ਦਿੱਤਾ ਹੀ ਆ ਉਲਟਾ, 5 ਰੋਟੀਆਂ 2 ਮੱਛੀਆਂ ਤੋਂ ਉਲਟਾ ਵਧਾਇਆ ਹੀ ਆ, ਘਟਾਇਆ ਕੁਛ ਨਹੀਂ ਇਹਨਾਂ ਦੇ ਝੋਲੇ ਚੋਂ। ਉਹਨੇ ਤਾਂ ਘਟਾਇਆ ਹੀ, ਚੋਰ ਹੀ ਹੋ, ਡਾਕੂ ਹੀ ਹੋ। ਡਾਕੂ ਕੌਣ ਹੁੰਦਾ ਹੈ? ਕਿਸੇ ਦੇ ਮਾਲ ਤੇ ਆਪਣਾ ਹੱਕ ਜਮਾਉਣ ਵਾਲਾ। ਇਧਰ ਯਿਸੂ ਮਸੀਹ ਜਿਹੜਾ ਆਪਣਾ ਹੱਕ ਵੀ ਉਹਨਾਂ ਨੂੰ ਦੇ ਦਿੰਦੇ ਆ। ਕਿੱਦਾਂ ਚੂਜ਼ ਕਰ ਸਕਦੇ ਹੋ? ਕਿੱਦਾਂ? ਕਿੱਦਾਂ ਚੂਜ਼ ਕਰ ਸਕਦੇ? ਕਈ ਲੋਕ ਸੋਚਦੇ ਉਹ ਲੋਕ ਕਿਹੋ ਜਿਹੇ ਹੋਣੇ ਆ, ਉਹਨਾਂ ਨੂੰ ਸਮਝ ਨਹੀਂ ਆਇਆ। ਜਦ ਪਤਰਸ ਨੂੰ ਗੁੱਸਾ ਆ ਗਿਆ, ਕੰਨ ਕੱਟਦੇ, ਤੁਹਾਨੂੰ ਪਤਾ ਨਹੀਂ ਚੱਲਣ ਦਿਆ ਕੌਣ ਆ। ਚੇਲੇ ਦੇ ਕਹਿੰਦੇ ਹੋਣੇ ਯਾਰ ਇਹ ਕਿਹੋ ਜਿਹੇ ਲੋਕ ਆ, ਬਰੱਬਾ ਔਰ ਯीशु ਮਸੀਹ, ਔਰ ਚੁਣਨ ਕਿਹਨੂੰ ਦੇ ਆ? ਬਰੱਬਾ ਨੂੰ, ਔਰ ਕਹਿੰਦੇ ਯीशु ਮਸੀਹ ਨੂੰ ਸੂਲੀ ਤੇ ਚੜਾਓ। ਕਿਉਂ? ਕਿਉਂਕਿ ਉਹਨਾਂ ਦੀ ਅੱਖਾਂ ਤੇ, ਉਹਨਾਂ ਦੇ ਦਿਲਾਂ ਤੇ ਪਰਦਾ ਹੀ। ਅੱਜ ਤੁਸੀਂ ਸਮਝੇ, ਤੁਸੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ, ਪਰ ਉਹ ਨਹੀਂ ਸਮਝ ਸਕਦੇ। ਤੁਸੀਂ ਉਹਨਾਂ ਨੂੰ ਦਿੰਦੇ ਹੋ ਹੈ ਭਾਈ ਬਾਈਬਲ 'ਚ ਲਿਖਿਆ, ਨਬੀ ਨੇ ਕਿਹਾ, ਉਹਨਾਂ ਦੇ ਉਹ ਨਹੀਂ ਸਮਝ ਸਕਦੇ। ਉਹ ਉਹੀ ਕਹਿਣਗੇ ਜੋ ਉਹਨਾਂ ਦੇ ਅੱਗੇ ਐਲਡਰਾਂ ਨੇ ਕਿਹਾ ਤਾਂ, ਤੁਸੀਂ ਜੋ ਉਹੀ ਕਹਿਣਾ ਬਸ ਉਹੀ ਕਹਿਣਾ ਹੈ, ਆਪਣੀ ਬੁੱਧੀ ਇਸਤੇਮਾਲ ਨਹੀਂ ਕਰਨੀ, ਆਪਣੀ ਬੁੱਧੀ ਇਸਤੇਮਾਲ ਨਹੀਂ ਕਰਨੀ। ਇਹਦਾ ਭਾਈ ਲੋਕ ਇੱਕ ਕਹਾਣੀ ਸੁਣਾਉਂਦੇ ਆ। ਇੱਕ ਵਾਰੀ ਇੱਕ ਦੋਸਤੀ ਪੈ ਗਈ ਗਧੇ 'ਚ ਤੇ ਉੱਲੂ 'ਚ। ਉੱਲੂ ਨੂੰ ਰਾਤੀ ਨਹੀਂ ਦੇਦਾ, ਉੱਲੂ ਨੂੰ ਦਿਨੇ ਨਹੀਂ ਦੇਦਾ, ਗਧੇ ਨੂੰ ਰਾਤੀ ਨਹੀਂ ਦੇਦਾ। ਓਕੇ, ਜੰਗਲ 'ਚ ਚਲ ਗਏ, ਪਹਿਲਾ ਸਫ਼ਰ ਸ਼ੁਰੂ ਕੀਤਾ ਦੋਨਾਂ ਨੇ ਕਿ ਇਕੱਠੇ ਮਿਲ ਕੇ ਕਰਨੇ ਆ। और ऐसा ऐसा उन्हें चलते रहे, और आगे जाके जिसको गधा भी फंस गया, उल्लू भी फंस गया, कुछ नहीं कर पाए। यही हिसाब आ, एक दूसरे ने चलन दे, कहने राती नहीं देता, कहीं कुछ नहीं दिखता, पर दोनों एक दिन फसणगे जंगल दे विच, उदों कुछ नहीं कर सकते। और लोग कुछ नहीं कर सकते, इन्हां दे दिलां ते अखां ते पर्दा है। नहीं ਧੰਨਵਾਦ, ਖੁਦਾ ਨੇ ਸਾਨੂੰ ਨਵਾਂ ਮਨ ਦਿੱਤਾ ਹੈ। ਖੁਦਾ ਨੇ ਗੱਲਾਂ ਸਾਡੇ ਤੇ ਪ੍ਰਗਟ ਕੀਤੀਆਂ। ਕਿਆ ਹੀ ਚੁਣੇ ਜਾਣ ਦਾ, ਕਿਆ ਹੀ ਸਾਮਰਥੀ ਭੇਤ, ਕਿਆ ਹੀ ਸਾਮਰਥੀ ਭੇਤ। ਇਹ ਚੀਜ਼ ਮੈਨੂੰ ਹੋਰ ਧਾਰਮਿਕ ਬਣਾ ਦਿੰਦੀ ਹੈ, ਇਹ ਚੀਜ਼ ਮੈਨੂੰ ਹੋਰ ਝੰਜੋੜ ਕੇ ਰੱਖ ਦਿੰਦੀ ਹੈ ਕਿ ਪ੍ਰਭੂ ਇੱਕ ਹੀ ਤੂੰ ਸਾਨੂੰ ਚੁਣਦੇ। ਉਹਨਾਂ ਨੇ ਬਰੱਬਾ ਨੂੰ ਚੁਣਿਆ। ਬਰੱਬਾ ਦੀ ਜਗ੍ਹਾ ਯਿਸੂ ਮਸੀਹ ਨੇ ਲਈ। ਔਰ ਇਹ ਮੈਸੇਜ ਅੱਜ ਫਿਰ ਤੋਂ ਉਹਨਾਂ ਲਈ ਇੱਕ ਸਿਰਫ ਤਮਾਸ਼ਾ ਆ, ਇਹ ਗਲਤ ਆ। ਯਿਸੂ ਮਸੀਹ ਉਹਨਾਂ ਲਈ ਇਸ ਲਈ ਗਲਤ ਹੈ ਕਿਉਂਕਿ ਉਹ ਚਰਨੀ 'ਚ ਪੈਦਾ ਹੋਇਆ, ਹੈਕਲ 'ਚ ਨਹੀਂ। ਔਰ ਇਹ 7 ਗਰਜਾਂ ਉਹਨਾਂ ਲਈ ਇਸ ਲਈ ਗਲਤ ਹੈ ਕਿਉਂਕਿ ਉਹਨਾਂ ਦੇ ਚਰਚ 'ਚੋਂ ਨਹੀਂ ਆਈਆਂ। ਇਹ ਹੋਰ ਕੋਈ ਕਹਿੰਦੇ ਆ। ਅਗਰ ਉਹਨਾਂ ਦਾ ਮੇਨ ਭਾਈ ਇਹ ਕਹਿ ਦਿੰਦਾ ਤੇ ਬੜਾ ਵਧੀਆ ਉਹਨਾਂ ਲਈ, ਪਰ ਉਹ ਨਹੀਂ ਕਹਿ ਸਕਦੇ। ਉਹ ਆਪਣੀ ਬੁੱਧੀ ਦਾ ਇਸਤੇਮਾਲ ਨਹੀਂ ਕਰ ਸਕਦੇ। ਔਰ ਉਹਨਾਂ ਲਈ ਇੱਕ ਆਇਤ ਬਾਈਬਲ 'ਚ ਲਿਖਿਆ ਕਿ ਇਹਨੂੰ ਬੁੱਧ ਦਾ ਘਟ ਆਇਆ ਤੇ ਮੇਰੇ ਕੋਲ ਮੰਗੇ, ਔਰ ਮੰਗੋ ਦਿੱਤਾ ਜਾਏਗਾ, ਔਰ ਜਿਹੜਾ ਮੰਗਦਾ ਉਹਨੂੰ ਮਿਲਦਾ। ਅਸੀਂ ਆਓ ਉਹਨਾਂ ਦੀ ਪ੍ਰਾਰਥਨਾ ਕਰੀਏ ਕਿ ਉਹਨਾਂ ਨੂੰ ਬੁੱਧ ਦੇ ਖੁਦਾ। ਔਰ ਧੰਨਵਾਦ ਸਾਡੇ ਇਸ ਨੂੰ ਖਤਮ ਕਰਨਾ ਆ। ਇਸ ਇੱਕ ਗਲਤ ਡਿਸੀਜਨ ਨਾਲ ਹੀ ਇਹਨਾਂ 7 ਗਰਜਾਂ ਦਾ ਕੀ ਕਰੇ। ਇਹ 7 ਗਰਜਾਂ ਹੀ ਪਰਮੇਸ਼ਵਰ ਦਾ ਜਿਉਂਦਾ ਵਚਨ ਹੈ, ਯਹੋਵਾ ਪਰਮਾਤਮਾ ਵਾਲਾ ਵਚਨ ਹੈ, ਇਸੇ ਯੁੱਗ ਦਾ ਵਚਨ। ਇੱਕ ਗੱਲ ਯਾਦ ਰੱਖਿਓ, ਅਗਰ 7 ਗਰਜਾਂ ਦੁਲਹਨ ਨਾਲ ਉਠਾਇਆ ਜਾਂਦਾ ਵਿਸ਼ਵਾਸ ਹੁੰਦੀਆਂ ਆ, ਤੁਸੀਂ ਕਹਿੰਦੇ ਹੋ ਤਾਂ ਤੁਸੀਂ ਜ਼ਿੰਮੇਵਾਰ ਨਹੀਂ ਹੋ। ਨਬੀ ਨੇ ਕਿਹਾ ਹੈ, ਤੁਹਾਡੇ ਕੋਲ ਨਬੀ ਦੀ ਅਥਾਰਟੀ ਹੈ। ਤੁਸੀਂ ਗਲਤ ਕਿਸੇ ਐਂਗਲ ਤੋਂ ਨਹੀਂ ਹੋ ਸਕਦੇ। ਤੁਸੀਂ ਸਿਰਫ ਇਕੋ ਕਰਨ ਦੇ ਹੋ। 7 ਗਰਜਾਂ ਦੁਲਹਨ ਦੀ ਬੇਦਾਰੀ ਆ, ਤੁਹਾਡਾ ਆਪਣਾ ਵਚਨ ਨਹੀਂ ਆ। ਤੁਸੀਂ ਤੇ ਨਬੀ ਦੀ ਵਚਨ ਨੂੰ ਬੋਲਦੇ ਆ, ਔਰ ਉਹੀ ਓਰੀਜਨਲ ਮੂਲ ਬੀਜ ਹੀ। ਤੁਸੀਂ ਕਿੱਦਾਂ ਗਲਤ ਹੋ ਜਾਓਗੇ? ਤੁਹਾਡਾ ਬੀਜ ਕਿੱਦਾਂ ਗਲਤ ਹੋ ਸਕਦਾ ਹੈ? ਅਗਰ ਵਧੀਆ ਫਸਲ ਚਾਹੀਦੀ ਆ, ਕਿਉਂਕਿ ਦੋਗਲਾ ਬੀਜ ਕਦੀ ਅੱਗੇ ਪੈਦਾ ਨਹੀਂ ਕਰ ਸਕਦਾ। ਇਸ ਲਈ ਫਸਲ ਲਿਆਉਣ ਲਈ, ਕਟਨੀ ਕਰਨ ਲਈ ਤੁਹਾਨੂੰ ਓਰੀਜਨਲ ਬੀਜ ਹੀ ਚਾਹੀਦਾ ਹੈ। ਔਰ ਲੋਕਾਂ ਨੇ, ਕਈਆਂ ਨੇ ਆਪਣੇ ਚਰਚ ਦੇ ਨਾਲ ਮੈਸੇਜ ਮਿਲਾ ਕੇ ਦੋਗਲਾ ਵਚਨ ਪੇਸ਼ ਕਰਤਾ, ਔਰ ਅੱਜ ਉਹ ਫਲ ਨਹੀਂ ਲਿਆਉਂਦਾ। ਪਰ ਧੰਨਵਾਦ ਖੁਦਾ ਦਾ, ਸਾਡੇ ਕੋਲ ਓਰੀਜਨਲ ਬੀਜ ਆ, ਤਾਂ ਕਿ ਉਹਨੂੰ ਫਿਰ ਤੋਂ ਬੀਜੀਏ, ਉਹਦੀ ਕਟਨੀ ਕਰੀਏ। ਔਰ ਉਹ ਓਰੀਜਨਲ ਬੀਜ 7 ਗਰਜਾਂ ਨਬੀ ਦਾ ਮੈਸੇਜ।
ਅਸੀਂ ਕਿੰਨੇ ਤਿਆਰ ਆ ਡਿਸੀਜਨ ਲੈਣ ਨੂੰ। ਇਹਨਾਂ 7 ਕਲੀਸੇ ਕਾਲ ਦੀ 7 ਵਜੇ ਜਿਹੜੀ 7 ਗੱਜਾਂ ਹੈ, ਕੀ ਕਰੀਏ? ਇਹ ਸਾਰੇ ਖਬੰਦ ਕਰਾਂਗੇ, ਪ੍ਰਾर्थना ਕਰਾਂਗੇ। मेरे स्वर्गीय पिता प्रभु की दया कर, तू रहम कर। मैं ना भाई प्रार्थना करते इकट्ठे हुए प्रभु, पर मैं जानना लोग अज अखां दे दिलां दे पर्दा मेरे पिता, पर धन्नवाद तू प्रभु साडे दिलां दे पर्दा चुक्या प्रभु, अखां तो पर्दा चुक्या मेरे पिता, सानू अखां दित्तियां, नबी दिता प्रभु ताकि देख पाइए मेरे पिता। ऐ जाने तेरे वचन च लिखा लो दिख्या नहीं है मेरे पिता, पर धन्नवाद सानू तू नबी दिता प्रभु, तेरे ही नाम नू महिमा मिले प्रभु, सानू चुन लई तेरा धन्नवाद मेरे पिता, इस मैसेज लई तेरा धन्नवाद प्रभु। साडी गलतियां नूं क्षमा कर मेरे पिता। मेरे भाई जो इत्थे प्रभु बहुत सारी बरकत आशीष दे, उन्हां दी सेवकाई दे नाल होई, उन्हां दी चर्चा दे नाल होई, उन्हां दे परिवार दे नाल होई, और प्रभु तू बहुत सारी बरकत दे इन्हां नूं मेरे पिता, साडे नाल होई प्रभु, सन संभाल, और प्रभु सानू अग दा बपतिस्मा दे मेरे पिता, तू दया कर दे। प्रार्थना यीशु मसीह नाम च मंगदे, आमीन।